माई रेडियो 580 AM तो सुन रहे प्रोग्राम परवाज। आप सब जी का स्वागत है। जी आनू सत श्री अकाल। ते सोमवार नूं एक विशेष प्रोग्राम हुंदा जिस दे विच परसनैलिटी प्रोफाइल प्रोग्राम दे विच वखरियां शख्सियतां दे नाल गलबात असीं लैके हाज़र हुंदे आ। ते अज मैनूं बड़ी खुशी असीं जाणदे हां काफ़ी अरसे तो फॉर मैनी ईयर्स जसवीर पुई। जसवीर जी तुहाडा स्वागत है। जी आनू सत श्री अकाल। सत श्री अकाल सारिਆਂ ਨੂੰ जी थैंक यू टाइम कढ के तुसीं आए हो। गलबात तुहाडे नाल करांगे। ते सब तो पहलां तां जो साडे लिसनर्स सुन रहे ने उन्हां नूं अपने बारे ब्रीफली दसो। आई नो यू आर फार्मासिस्ट। तुसीं पंजाबी दे विच बड़ी सोहणी गल करदे हो क्योंकि किसी नूं खास करके साडे बजुर्ग ने साडे फैमिली मैंबर्स जदों नहीं जाना होवे कोई दवाई चाहिदी होवे तां तुहानूं मिलण जांदे आ। हाँ जी आई डोंट नो की दसी इत्थे यू नो साडे पेरेंट्स डैड मामा आए सीगे 1973 एडमिंटन दे विच। अच्छा जी। हाँ जी सो 1973 ਦੇ ਵਿੱਚ ਅਸੀਂ 2 ਸਾਲ ਦੇ ਸੀਗੇ। ਅੱਛਾ ਜੀ 2 ਈਅਰ ਦੇ ਹੁੰਦੇ ਫਿਰ ਇੱਥੇ ਐਡਮਿੰਟਨ ਗਰੋ ਅਪ ਹੋਏ। ਸੋ ਕਹ ਲੋ ਐਡਮਿੰਟੋਨੀਅਨ ਜ਼ਿਆਦਾ ਆ ਮੋਰ ਦੈਨ ਐਨੀਥਿੰਗ ਐਲਸ। ਇੰਡੀਅਨ ਜ਼ਰੂਰ ਹੈਗੇ ਇੰਡੀਆ ਤੋਂ ਹੈਗੇ ਆ ਪਰ ਮੋਸਟ ਲਾਈਫ ਆਪਾਂ ਇੱਥੇ ਐਡਮਿੰਟਨ ਹੀ ਕੱਟੀ ਹੈਗੀ ਆ। ਸੋ 2 ਸਾਲ ਦੇ ਸੀ ਜਦੋਂ ਤੁਸੀਂ ਆ ਗਏ ਇੱਥੇ। हाँ जी ਠੀਕ ਹੈ ਜੀ। ਸੋ ਐਡਮਿੰਟਨ ਜਦੋਂ ਆਏ ਸੀ ਛੋਟਾ ਜਿਹਾ ਸ਼ਹਿਰ ਸੀਗਾ ਹੁਣ ਤਾਂ ਬਹੁਤ ਵੱਡਾ ਸ਼ਹਿਰ ਹੋਇਆ ਪਿਆ ਆ। ਓ ਯਾ ਸੋ ਤੁਹਾਨੂੰ ਕਾਫੀ ਅਰਸਾ ਤੁਸੀਂ 73 ਤੇ ਆਏ ਹੋ and I came in 91 हाँ जी and 91 ਤੋਂ ਮੈਨੂੰ ਹੁਣ ਦਾ ਬਹੁਤ ਫਰਕ ਲੱਗਦਾ ਹੁੰਦਾ ਐਡਮਿੰਟਨ ਦਾ and I can imagine ਕਿ ਤੁਸੀਂ ਉਸ ਤੋਂ ਪਹਿਲਾਂ ਦਾ ਜਿਹੜਾ ਇੱਥੇ ਸਮਾਂ ਦੇਖਿਆ। ਬਿਲਕੁਲ ਨਹੀਂ ਉਹ ਤਾਂ ਬਹੁਤ ਛੋਟਾ ਜਿਹਾ ਸ਼ਹਿਰ ਸੀਗਾ। 93 ਦੇ ਵਿੱਚ ਮੈਂ ਗ੍ਰੈਜੂਏਟ ਕੀਤੀ ਸੀ ਯੂਨੀਵਰਸਿਟੀ। ਸੋ ਤੁਹਾਡੇ ਆਉਣ ਤੋਂ ਬਾਅਦ ਥੋੜਾ ਚਿਰ ਬਾਅਦ ਤਾਂ 93 ਤੋਂ ਲੈ ਕੇ ਹੁਣ ਤਾਈਂ ਵੀ ਬਹੁਤ ਜ਼ਿਆਦਾ ਚੇਂਜਸ ਆਏ ਪਏ ਐਡਮਿੰਟਨ ਦੇ ਵਿੱਚ ਰਾਈਟ। ਸੋ ਜੀ ਆਈ ਮੀਨ ਟਾਈਮ ਦੇ ਨਾਲ which is good ਐਡਮਿੰਟਨ ਗਰੋ ਹੋ ਰਿਹਾ। ਇਟਸ ਅ ਵੈਰੀ ਗੁੱਡ ਥਿੰਗ ਫॉर ਐਡਮਿੰਟਨ ਜੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਾਂਗੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪੰਜਾਬ ਤੋਂ ਬੈਕਗ੍ਰਾਉਂਡ ਕਿਹੜੀ ਜਗ੍ਹਾ ਤੋਂ? ਸਾਡਾ ਪਿੰਡ ਹੈਗਾ ਮਾਨਾ ਤਲਵੰਡੀ। ਅੱਛਾ ਜੀ हाँ जी सो अपने कपूरथले डिस्ट्रिक्ट ਦੇ ਵਿੱਚ। ਠੀਕ ਹੈ ਜੀ। ਤਾਂ ਉੱਥੇ ਸਾਡੇ ਡੈਡ ਉੱਥੇ ਬੋਰਨ ਹੈਗੇ ਆ। ਮੈਂ ਵੀ ਉੱਥੇ ਦਾ ਬੋਰਨ ਆ। ਹਾਂਜੀ ਡੈਡ ਫਿਰ ਸਾਡੇ ਬਾਹਰ ਚਲ ਗਏ ਸੀਗੇ। ਉਹ ਬਾਹਰ ਕੰਮ ਕਰਨ ਲੱਗ ਪਏ ਸੀ ਐਜ਼ ਅ ਮਸ਼ੀਨਿਸਟ। ਅੱਛਾ ਜੀ। ਫਿਰ ਇੱਥੇ ਐਡਮਿੰਟਨ ਸਾਡੇ ਮਾਮਾ ਰਹਿੰਦੇ ਹੁੰਦੇ ਸੀਗੇ। ਅੱਛਾ ਜੀ। ਤਾਂ ਸਾਡੇ ਮਾਮਾ ਨੇ ਸਾਨੂੰ ਸਪਾਂਸਰ ਕੀਤਾ ਸੀਗਾ ਇੱਥੇ। ਫਿਰ ਮਾਮੇ ਦੇ ਨਾਲ ਫਿਰ ਡੈਡ ਮਾਮਾ ਆਏ ਤਾਂ ਅਸੀਂ ਆਏ ਸੀਗੇ। ਅੱਛਾ ਜੀ। ਤਾਂ ਸ਼ੁਰੂ ਚ ਆ ਕੇ ਜਿੱਦਾਂ ਦੱਸਦੇ ਆ ਮੈਨੂੰ ਤਾਂ ਯਾਦ ਨਹੀਂਗਾ ਪਰ ਅਸੀਂ ਸਾਰੇ ਇਕੱਠੇ ਰਹਿੰਦੇ ਸੀ। ਨੌਰਥ ਸਾਈਡ ਤੇ ਰਹਿੰਦੇ ਹੁੰਦੇ ਸੀ 137 ਐਵਨਿਊ ਤੇ। ਤਾਂ ਉੱਥੇ ਜਦੋਂ ਗਰੋ ਅਪ ਹੋਏ ਮਤਲਬ ਉੱਥੇ ਦਾ ਤਜਾਦ ਆ ਵੀ ਸਕੂਲ ਜਾਂਦੇ ਸੀ ਕਿੱਦਾਂ ਦਾ ਸੀਗਾ ਛੋਟਾ ਜਿਹਾ ਸੀਗਾ। ਸੋ 1979 ਚ ਅਸੀਂ ਮੂਵ ਹੋ ਗਏ ਸੀ ਮੈਲਬੌਰਨ ਚ। ਅੱਛਾ ਜੀ। 1979 ਤੋਂ ਲੈ ਕੇ ਜਿੱਥੇ ਹੁਣ ਰਹਿ ਰਹੇ ਉਹੀ ਸੇਮ ਘਰ ਦੇ ਵਿੱਚ ਹੀ ਰਹਿ ਰਹੇ ਹਾਂ। ਸੋ ਅਬਾਊਟ 43 ਈਅਰ ਹੋ ਗਏ ਇੱਕੋ ਘਰ ਦੇ ਵਿੱਚ ਉੱਥੇ ਰਹਿ ਰਹੇ ਮਮ ਡੈਡ ਦੇ ਨਾਲ। ਅੱਛਾ ਜੀ that's good. So ਜਦੋਂ ਤੁਸੀਂ ਪੰਜਾਬ ਤੋਂ ਤੁਸੀਂ ਉੱਥੋਂ ਆਏ ਇੱਥੇ ਆਏ ਕੈਨੇਡਾ ਦੇ ਵਿੱਚ ਸਿੱਧਾ ਐਡਮਿੰਟਨ ਹੀ ਆਏ ਤੇ ਇੱਥੇ ਰਹੇ? ਬਿਲਕੁਲ ਨੌਰਥ ਤੋਂ ਮੈਲਬੌਰਨ ਇੰਨਾ ਕਿ ਬਸ ਤੁਹਾਡਾ ਉਹ ਜਿਹੜਾ ਮੂਵ ਅਰਾਊਂਡ ਹੋਏ ਬਹੁਤ ਆ। ਮੇਰੀ ਪੂਰੀ ਲਾਈਫ ਇਤ ਐਂਡ ਮੂਵ ਆ ਇੰਡੀਆ 137 ਐਵਨਿਊ ਮੈਲਬੌਰਨ। ਅੱਛਾ ਜੀ। ਤੇ ਕਿੰਨੇ ਭੈਣ ਭਰਾ ਤੁਹਾਡੇ ਜੀ? ਅਸੀਂ 4 ਭਰਾ ਆ ਤੇ 1 ਭੈਣ ਆ। ਠੀਕ ਹੈ ਜੀ। ਹਾਂਜੀ ਸੋ ਮੈਂ ਸਭ ਤੋਂ ਵੱਡਾ ਆ। ਅੱਛਾ ਜੀ। ਤਾਂ ਮੇਰੇ ਤੋਂ ਛੋਟੇ ਕਾਫੀ ਜਣੇ ਜਾਣਦੇ ਆ ਪਰਮਿੰਦਰ ਭੋਈ ਨੂੰ। ਹਾਂਜੀ ਫਾਰਮਾਸਿਸਟ ਹੈਗੇ ਆ। ਹਾਂਜੀ ਉਹਨਾਂ ਦੀ ਮੈਡੀਸਿਨ ਸ਼ਾਪ ਹੈਗੀ ਉਹ 118 ਐਵਨਿਊ ਦੇ ਉੱਪਰ ਹੈਗੇ ਆ। ਉਤੋਂ ਛੋਟੇ ਮੇਰੇ ਕੋਲ ਹੈਗੇ ਆ ਗੁਰਚਰਨ ਉਹ ਵੀ ਇੱਕ ਕਰਦੇ ਪਏ ਆ ਕੀ ਕਹਿੰਦੇ ਹੁੰਦੇ ਮੈਰਿਟ ਐਮਬ੍ਰੋਇਡਰੀ। ਠੀਕ ਹੈ। ਸੋ ਉਹਨਾਂ ਦੀ ਬਿਜ਼ਨਸ ਹੈਗਾ ਐਮਬ੍ਰੋਇਡਰੀ ਸ਼ਾਪ ਜੀ। ਤਾਂ ਉਤੋਂ ਛੋਟੇ ਹੈਗੇ ਪ੍ਰਿਤਪਾਲ ਭੋਈ। Oh, I know him very well. You know Pritpal Pui? Yeah, police officer. You don't want to know him. Nobody wants to know him. Utto dar ke reha karo. He works in forensics ਜਿੱਦਾਂ ਆਪਣੇ with the Edmonton Police Service. ਅੱਛਾ ਜੀ। And ਉਤੋਂ ਛੋਟੀ ਸਾਡੀ ਹੈਗੀ ਸਿਸਟਰ ਉਹ ਹੈਗੀ ਆ ਰੁਪਿੰਦਰ ਉਹ ਮੇਰੇ ਨਾਲ ਉੱਥੇ ਮੈਡੀਸਿਨ ਸ਼ਾਪ 'ਚ ਕੰਮ ਕਰਦੀ ਆ। ਕੀ ਬਾਤ ਹੈ ਜੀ ਬਿਊਟੀਫੁਲ। ਤੁਹਾਡੇ ਬ੍ਰਦਰ ਜੋ ਪ੍ਰਿਤਪਾਲ ਦੀ ਗੱਲ ਕੀਤੀ ਨਾ ਤੁਸੀਂ I interviewed him in our TV program few times. ओके काफी अरसा हो गया। नहीं ठीक है इंटरव्यू कर लो पर उधर ना मिलो नहीं टकरे ਹੁਣ ਤਾਂ ਵਧੀਆ ਪੁਲਿਸ ਵਾਲੇ ਨਾ ਟੱਕਰੇ ਤਾਂ ਜੀ। ਤੇ ਇਸ ਤੋਂ ਬਾਅਦ ਜਦੋਂ ਹੁਣ ਤੁਸੀਂ ਇੱਥੇ 2 ਸਾਲ ਦੇ ਜਦੋਂ 1973 ਚ ਤੁਸੀਂ ਇੱਥੇ ਕੈਨੇਡਾ ਆ ਗਏ ਹੈ ਨਾ ਉਸ ਤੋਂ ਬਾਅਦ ਤੁਸੀਂ ਫਿਰ ਹੌਲੀ ਥੋੜੇ ਵੱਡੇ ਹੋਏ ਹੋਵੋਗੇ ਸਕੂਲ ਜਾਣ ਲੱਗੇ ਉਦੋਂ ਦਾ ਮਾਹੌਲ ਕਿਹੋ ਜਿਹਾ ਸੀ? ਨੌਰਥ ਸਾਈਡ ਐਡਮਿੰਟਨ ਚ ਰਹਿੰਦੇ ਸੀ ਹੁਣ ਵੀ ਆਪਣੇ ਬਹੁਤ ਕਮਿਊਨਿਟੀ ਨੌਰਥ ਸਾਈਡ ਅਜੇ ਬਹੁਤ ਰਹਿੰਦੀ ਹੈ
ਤੇ ਕਿਹੋ ਜਿਹਾ ਮਾਹੌਲ ਸੀ ਉਦੋਂ, ਕਿਹੋ ਜਿਹਾ ਤੁਹਾਨੂੰ ਮਹਿਸੂਸ ਹੁੰਦਾ ਸੀ ਬਚਪਨ 'ਚ ਸਕੂਲ ਜਾਣ ਦਾ, ਜਾਂ ਪੇਰੈਂਟਸ ਦਾ ਕੰਮ ਕਰਨ ਦਾ, ਜਾਂ ਤੁਹਾਡੇ ਮਾਮ ਘਰ ਰਹਿੰਦੇ ਸੀ ਜਾਂ ਕੰਮ ਕਰਦੇ ਸੀ, ਕਿਹੋ ਜਿਹਾ ਮਾਹੌਲ ਸੀ ਪੂਰਾ ਉਸ ਸਮੇਂ ਦਾ? ਸੋ ਜਦੋਂ ਉਸ ਟਾਈਮ ਤੇ ਥੋੜਾ ਆਪਣਾ ਕਹਿ ਲਓ ਪੰਜਾਬੀ ਕਮਿਊਨਿਟੀ, ਸਿੱਖ ਕਮਿਊਨਿਟੀ ਬਹੁਤ ਘੱਟ ਸੀਗੀ। ਸੋ ਰੇਸਿਜ਼ਮ ਥੋੜੀ ਕਹਿ ਲਓ ਹੁਣ ਨਾਲੋਂ ਜ਼ਿਆਦਾ ਹੁੰਦੀ ਸੀਗੀ, ਐਕਸਪੈਸ਼ਲੀ ਜਿੱਦਾਂ ਕਹਿ ਲਓ ਪੱਗ ਬੰਨਿਆ ਹੋਇਆ ਬੰਦਿਆਂ ਨੂੰ ਰੈਕਗਨਾਈਜ਼ ਨਹੀਂ ਕਰਦੇ ਸੀਗੇ, ਤਾਂ ਉੱਥੇ ਕੀ ਕਹਿੰਦੇ ਹੁੰਦੇ ਸੀ ਆਊਟਰਾਈਟ ਰੇਸਿਜ਼ਮ ਹੋਰ ਹੁੰਦੀ ਸੀ, ਐਕਸਪੈਸ਼ਲੀ ਸਕੂਲ ਦੇ ਵਿੱਚ ਵੀ ਹੁੰਦੀ ਸੀ ਸਾਨੂੰ। ਬਟ ਉਹਦਾ ਅਸੀਂ ਅਸੀਂ ਪੱਗ ਬੰਨੀ ਆ, ਰੱਖੀ ਆ, ਪੂਰੀ ਸਿੱਖੀ ਰੱਖੀ ਆ, ਤਾਂ ਬੰਦਿਆਂ ਨੂੰ ਜਿੰਨਾ ਤੁਸੀਂ ਸ਼ੋਅ ਕਰੋ ਵੀ ਇਦਾਂ ਹੈਗੇ ਦੇ ਕਮ ਐਕਸੈਪਟਿੰਗ ਆਫ ਯੂ। ਬਟ ਉਹਦਾ ਐਟ ਫਰਸਟ ਉਸ ਟਾਈਮ ਦੇ ਵਿੱਚ ਜਦੋਂ ਅਸੀਂ ਜਾਂਦੇ ਸੀ ਐਲੀਮੈਂਟਰੀ ਥੋੜਾ ਬਹੁਤ ਹੁੰਦਾ ਸੀ, ਜੂਨੀਅਰ ਹਾਈ ਜਦੋਂ ਗਏ ਸੀ ਇੱਥੇ ਡੈਨੋਟ, ਸੋ ਆਪਣੇ ਮੈਲਵੁੱਡ ਦੇ ਵਿੱਚ ਗਏ ਸੀ, ਉੱਥੇ ਜਦੋਂ ਤੁਹਾਡੇ ਫਰੈਂਡ ਬਣ ਜਾਂਦੇ ਆ, ਫਰੈਂਡ ਸਰਕਲ ਇਦਾਂ ਹੋ ਜਾਂਦੇ ਆ, ਤਾਂ ਫਿਰ ਕੋਈ ਫਰਕ ਨਹੀਂ ਰਹਿੰਦਾ, ਸਪੋਰਟ ਗਰੁੱਪਸ ਮਿਲ ਜਾਂਦੇ ਆ ਤੁਹਾਨੂੰ, ਫਿਰ ਕੋਈ ਫਰਕ ਨਹੀਂ ਪੈਂਦਾ। ਐਗਜ਼ੈਕਟਲੀ, ਸੋ ਉੱਥੇ ਡੈਨੋਟ ਗਏ ਸੀ, ਫਿਰ ਮਕਨੈਲੀ ਕੰਪੋਜ਼ਿਟ ਗਏ ਸੀ, ਹਾਈ ਸਕੂਲ, ਮਤਲਬ ਥਰੂ ਆਊਟ ਸਕੂਲਿੰਗ it was very fun experience। ਆਪਣੇ ਕਹਿ ਲਓ ਫਰੈਂਡ ਸਰਕਲ ਇਦਾਂ ਹੋ ਜਾਂਦੇ ਸੀ। ਇਵੈਂਚੁਅਲੀ ਮੈਂ ਨੋਟ ਕੀਤਾ ਵੀ ਜਿਹੜੇ ਤੁਹਾਡੇ ਮੈਰਿਟਸ ਹੁੰਦੇ ਆ ਉਹ ਰੇਸਿਜ਼ਮ ਨੂੰ ਕਵਰ ਕਰ ਜਾਂਦੇ ਆ। ਕੀ ਬਾਤ ਹੈ ਜੀ, what a point you addressed। ਹਾਂਜੀ, ਕਿਉਂਕਿ ਇੱਥੇ ਉਹ ਲੋਕ ਵੀ ਨੇ ਜਿਹੜੇ ਬਹੁਤ ਹਾਈ ਲੈਵਲ ਤੱਕ ਪਹੁੰਚੇ, ਇੱਥੇ ਅਪਰਚੁਨਿਟੀਜ਼ ਉਹਨਾਂ ਨੂੰ ਵੀ ਮਿਲੀਆਂ। ਬਿਲਕੁਲ, ਸੋ ਮਤਲਬ ਜਦੋਂ ਤੁਹਾਡੇ ਮੈਰਿਟਸ ਹੁੰਦੇ, ਤੁਹਾਡੇ ਰੇਸਿਜ਼ਮ ਬੰਦਾ ਕੋਈ ਨਹੀਂ ਦੇਖਦਾ, ਫਿਰ ਉਹ ਤੁਹਾਡੇ ਦੇਖਦਾ ਕੁਆਲਿਟੀਜ਼ ਕੀ ਹੈਗੀਆਂ। ਜੀ ਇੱਕ ਹੁਣ ਜਿਵੇਂ ਤੁਸੀਂ ਜਦੋਂ ਜਿਸ ਸਮੇਂ ਤੇ ਤੁਸੀਂ ਸਕੂਲ ਜਾਂਦੇ ਸੀ, ਇਵਨ ਜਿਸ ਸਮੇਂ ਤੇ ਇਵਨ ਆਫਟਰਵਰਡਸ, ਜੇਕਰ ਹੁਣ ਤੋਂ 10 ਕੁ ਸਾਲ ਪਹਿਲਾਂ ਵੀ ਗੱਲ ਕਰ ਲਈ ਜਦੋਂ ਮੇਰੇ ਬੱਚੇ ਵੀ ਸਕੂਲ ਜਾਂਦੇ ਰਹੇ, ਤੇ ਪਰ ਉਹਨਾਂ ਦਾ ਤੇ ਹੁਣ ਦਾ ਫਰਕ ਇਹਨਾਂ ਕਿ ਹੁਣ ਸਕੂਲ ਦੇ ਵਿੱਚ ਦੇਖੋ ਜਿਹੜੇ ਇੱਥੋਂ ਦੇ ਕੈਲੰਡਰ ਦੇ ਵਿੱਚ ਜਿਹੜੇ ਬਾਕੀ ਤਿਉਹਾਰ ਹੈ ਉਹ ਵੀ ਐਡ ਕਰ ਦਿੱਤੇ ਗਏ। ਹੁਣ ਬਾਕੀ ਬੱਚਿਆਂ ਨੂੰ ਵੀ ਪਤਾ ਲੱਗਦਾ ਵੀ ਬਾਕੀ ਵੀ ਕਮਿਊਨਿਟੀ ਦੇ ਕੀ ਉਹਨਾਂ ਦੀਆਂ ਵੈਲਿਊਜ਼ ਹੈ, ਕੀ ਉਹਨਾਂ ਦੇ ਵਿੱਚ ਫੂਡ। ਹੁਣ ਤੁਸੀਂ ਦੇਖੋ ਆਪਾਂ ਦੁਨੀਆ ਭਰ ਇੰਡੀਅਨ ਫੂਡ ਜਿਹੜਾ ਭਾਰਤੀ ਸਾਰੇ ਬਹੁਤ ਪਸੰਦ ਕਰਦੇ, ਪਹਿਲਾਂ ਇੰਨਾ ਨਹੀਂ ਸੀ ਕਿਸੇ ਨੂੰ ਬਹੁਤਾ ਪਤਾ ਹੁੰਦਾ, ਤੇ ਸਕੂਲਾਂ ਦੇ ਵਿੱਚ ਹੀ ਬਹੁਤਾ ਦੱਸਿਆ ਨਹੀਂ ਸੀ ਜਾਂਦਾ ਪਹਿਲਾਂ। ਯਾਨੀ ਆਪਣੀ ਇੰਟਰੋਡਕਸ਼ਨ ਆਫ ਜਿਹੜੀ ਕਹ ਲਓ ਕਲਚਰਸ ਹੈਗੇ, ਇਨਫਿਊਜ਼ਨ ਆਫ ਕਲਚਰਸ ਇਜ਼ ਵੈਰੀ ਵੈਰੀ ਗੁੱਡ। ਮਤਲਬ ਜਿੰਨਾ ਆਪਾਂ ਇੱਕ ਦੂਜੇ ਦੀ ਨੌਲੇਜ ਮਿਲਦੀ, ਅਦਰ ਕਲਚਰਸ ਦੀ, ਅਦਰ ਕਲਚਰ ਦੇ ਫੂਡ, ਐਵਰੀਬਾਡੀ ਬਿਕਮਸ ਵਨ ਮੈਲਟਿੰਗ ਪਾਰਟ। ਸੋ ਕੈਨੇਡਾ ਆਲਵੇਜ਼ ਮਲਟੀਕਲਚਰਲ ਹੁੰਦਾ ਸੀਗਾ, ਸੋ ਵਿਚ ਇਜ਼ ਵੈਰੀ ਵੈਰੀ ਗੁੱਡ। ਐਂਡ ਮਲਟੀਕਲਚਰਲ ਦੇ ਨਾਲ ਆਪਾਂ ਨੂੰ ਸਾਰੇ ਬਾਕੀ ਕਲਚਰਸ ਵੀ ਐਕਸਪੀਰੀਅੰਸ ਕਰਨੇ ਚਾਹੀਦੇ, ਤਾਂ ਆਪਣੇ ਕਲਚਰ ਦੂਸਰਿਆਂ ਨੂੰ ਵੀ ਸਿਖਾ ਲੈਣੇ ਚਾਹੀਦੇ ਆ। ਇਹ ਤੁਸੀਂ ਬੜੀ ਵਧੀਆ ਗੱਲ ਆਖੀ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਸਿਰਫ ਆਪਣੇ ਕਲਚਰ ਦੀ ਹੀ ਗੱਲ ਕਰਦੇ ਹਾਂ, ਦੂਸਰਿਆਂ ਬਾਰੇ ਨਾ ਜਾਣਨਾ ਚਾਹੁੰਦੇ ਹਾਂ, ਤੇ ਨਾ ਉਹਨਾਂ ਦੇ ਕਲਚਰ ਨੂੰ ਅਸੀਂ ਚੈਰਿਸ਼ ਜਾਂ ਐਪਰੀਸ਼ੀਏਟ ਕਰਦੇ ਹਾਂ। ਉਹਨਾਂ ਦੇ ਵਿੱਚ ਬਹੁਤ ਕੁਆਲਿਟੀਜ਼ ਨੇ, ਹਰੇਕ ਰੰਗ ਬਿਰੰਗੀ ਪੂਰੀ ਦੁਨੀਆ ਇੱਥੇ ਹੈ ਕੈਨੇਡਾ 'ਚ। ਹਾਂਜੀ ਨਾ, ਉਹ ਵੀ ਆਪਣੇ ਕਹਿ ਲਓ ਜਿੱਦਾਂ ਆਪਾਂ ਕਹਿ ਲਓ ਪੰਜਾਬੀ ਕਮਿਊਨਿਟੀ ਹੈਗੀ ਆ, ਦੂਸਰੀ ਕਮਿਊਨਿਟੀਜ਼ ਵੀ ਹੈਗੀਆਂ, ਉਹ ਵੀ ਆਪਣੇ ਆਪ ਨੂੰ ਕਹਿ ਲਓ ਆਪਣੀ ਓਨ ਸਰਕਲ ਜੇ ਬਣਾਏ ਆ, ਪਰ ਆਪਾਂ ਨੂੰ ਕੀ ਕਰਨਾ ਚਾਹੀਦਾ, ਮਿਕਸ ਹੋਣਾ ਚਾਹੀਦਾ ਸਾਰੇ ਕਮਿਊਨਿਟੀਜ਼ ਦੇ ਨਾਲ। ਉਹਨਾਂ ਦਾ ਆਪਣਾ ਜਿੰਨਾ ਆਪਾਂ ਇੱਕ ਦੂਜੇ ਨੂੰ ਦੱਸੋਗੇ ਉਹਨਾਂ ਆਪਾਂ ਇਹ ਵਨ ਕਮਿਊਨਿਟੀ ਬਣੋਗੇ। ਜੀ ਤੇ ਇਸ ਤੋਂ ਬਾਅਦ ਹੁਣ ਤੁਸੀਂ ਜਦੋਂ ਪੜ੍ਹਾਈ ਲਿਖਾਈ ਦਾ ਘੱਟ ਕੰਮ ਚੱਲਿਆ ਹੋਏਗਾ ਕਿ ਪੇਰੈਂਟਸ ਦੀ ਕੀ ਐਕਸਪੈਕਟੇਸ਼ਨ ਰਹੀ ਹੋਗੀ, ਕਿਵੇਂ ਤੁਹਾਡਾ ਸਬਬ ਬਣਿਆ ਕਿ ਤੁਸੀਂ ਫਾਰਮਾਸਿਸਟ ਬਣਨਾ? ਇਹ ਵੀ ਕਹਾਣੀ ਦੱਸੋ, ਕੁਛ ਨਾ ਕੁਛ ਤਾਂ ਹੋਏਗਾ ਜ਼ਰੂਰ ਬਿਹਾਈਂਡ ਇਟ। ਇਟਸ ਵੈਰੀ ਸੋ ਯੂਨੀਵਰਸਿਟੀ ਜਾਂਦੇ ਹੁੰਦੇ ਸੀਗੇ, ਯੂਨੀਵਰਸਿਟੀ ਦੇ ਵਿੱਚ ਮੇਰੇ ਇੱਕ ਦੋ ਫਰੈਂਡ ਸੀਗੇ, ਉਹ ਫਾਰਮੇਸੀ ਦੇ ਵਿੱਚ ਚਲ ਗਏ ਸੀਗੇ। ਅੱਛਾ ਜੀ। ਮੋਇਨ ਸਮਿਥ ਸੀਗਾ ਉਹ ਗਿਆ, ਤੇ ਉਹਨੇ ਕਾਫੀ ਮੈਨੂੰ ਕਹਿ ਲਓ ਕੀਤਾ ਵੀ this is ਇੱਦਾਂ ਦਾ ਕਰੀਅਰ ਆ। ਇੱਕ ਹੋਰ ਫਰੈਂਡ ਸੀ ਈਐਨ, ਉਹ ਵੀ ਉਹਦੇ ਵਿੱਚ ਸੀਗਾ, ਐਂਡ ਸੋ ਉਹਦੇ ਨਾਲ ਇੱਦਾਂ ਕਹਿ ਲਓ ਵੀ ਇੰਟਰੋਡਕਸ਼ਨ ਜਿਹੀ ਹੋ ਗਈ। ਨਹੀਂ ਤਾਂ ਜਦੋਂ ਯੂਨੀਵਰਸਿਟੀ ਸ਼ੁਰੂ ਕੀਤੀ ਮੈਂ ਨਹੀਂ ਕਹਿ ਸਕਦਾ, ਮੈਂ ਕਹਿਣਾ ਸੀ ਵੀ ਮੈਂ ਫਾਰਮਾਸਿਸਟ ਬਣੂੰਗਾ। ਅੱਛਾ ਜੀ। ਬਟ ਜਦੋਂ ਦੂਸਰਿਆਂ ਨੇ ਥੋੜਾ ਦੱਸਿਆ ਵੀ ਦਿਸ ਇਜ਼ ਫਾਰਮੇਸੀ, ਉੱਧਰ ਚੱਲ ਗਏ, ਫਾਰਮੇਸੀ ਦੇ ਵਿੱਚ ਐਕਸੈਪਟੈਂਸ ਮਿਲ ਗਈ, ਤਾਂ ਅੱਜ ਕੱਲ੍ਹ ਫਾਰਮਾਸਿਸਟ ਆ। ਸੋ ਫਰੈਂਡਸ ਨੇ ਇਨਕਰੇਜ ਕੀਤਾ? ਬਿਲਕੁਲ। ਕੋਈ ਫੈਮਿਲੀ ਵੱਲੋਂ ਕੋਈ ਪ੍ਰੈਸ਼ਰ ਨਹੀਂ ਸੀ? ਨਹੀਂ, ਫੈਮਿਲੀ ਵੱਲੋਂ ਪ੍ਰੈਸ਼ਰ ਇੰਨਾ ਹੀ ਸੀ ਵੀ ਪੜ੍ਹੋ, ਪਰ ਉਹਨਾਂ ਨੇ ਇਦਾਂ ਨਹੀਂ ਕਦੇ ਵੀ ਕਿਹਾ ਸੀ ਕੀ ਪੜ੍ਹੋ, ਪਰ ਪੜ੍ਹੋ। ਮੈਂ ਆਪਣੇ ਨਿਆਣੇ ਨੂੰ ਵੀ ਇਹੀ ਕਹਿੰਦਾ ਵੀ ਕਰੋ ਜੋ ਤੁਸੀਂ ਲਾਈਕ ਕਰਦੇ ਆ ਕਰਕੇ। ਮੈਂ ਆਪਣੇ ਕਰੀਅਰ ਦੇ ਵਿੱਚ ਤਾਂ ਦੇਖੇ ਬਹੁਤ ਜਣੇ ਵੀ ਜਿਹੜੇ ਕਹਿ ਲਓ ਵੀ ਪੁਸ਼ ਕਰਕੇ ਕੋਈ ਕਰੀਅਰ ਦੇ ਵਿੱਚ ਚਲ ਜਾਂਦੇ ਆ, ਬਟ ਉਹ ਕਰਦੇ ਆ, ਰੋਜ਼ ਕੰਮ ਤੇ ਜਾਂਦੇ ਆ, ਪਰ ਇੰਜੋਏ ਨਹੀਂ ਕਰਦੇ। ਉਹ ਕੋਈ ਜੀਣਾ ਨਹੀਂ ਹੈ। ਤੁਹਾਨੂੰ ਉੱਥੇ ਜਾਣਾ ਚਾਹੀਦਾ ਐਵਰੀ ਮਾਰਨਿੰਗ, ਜਿੱਥੇ ਤੁਸੀਂ ਕਹੋ ਵੀ ਮੈਂ ਹੁਣ ਉੱਠ ਕੇ ਚੱਲਾਂ ਆ, ਵੀ ਦਿਸ ਇਜ਼ ਗੋਣਾ ਬੀ ਮਾਈ ਡੇ। ਜਾਣ ਦਾ ਚਾਹ ਹੋਵੇ, ਜਿੱਥੇ ਜਾਣ ਦਾ ਚਾਹ ਹੋਵੇ। ਇਹ ਨਾ ਹੋਵੇ ਵੀ ਤੁਸੀਂ ਕੰਮ ਤੇ ਜਾਣਾ ਵੀ ਆਪਣੇ ਬਿਲਸ ਪੇ ਕਰਨੇ ਜਾਂ ਕੁਛ ਕਰਨਾ। ਇਹ ਵੀ ਹੁੰਦੇ ਟਾਈਮ ਵੀ somebody has to do that, but everybody ਨੂੰ ਇਹ ਕਰੀਅਰ ਪਿਕ ਕਰਨਾ ਚਾਹੀਦਾ ਵੀ ਜਿਹੜਾ ਕਰੀਅਰ ਨਾ ਹੋਵੇ, should be a joy। and ਜੇ ਤੁਸੀਂ
for 40-50 year ਉਹਦੇ ਕੰਮ ਕਰਨਾ ਜਾਂ not enjoy it, ਉਹਦਾ ਕੋਈ ਜੀਣਾ ਨਹੀਂਗਾ। ਇਹ ਤੁਸੀਂ ਵਧੀਆ ਪੁਆਇੰਟ ਐਡਰੈਸ ਕੀਤਾ ਜਿਹੜੇ ਸਾਡੇ ਲਿਸਨਰਸ ਸੁਣ ਰਹੇ ਨੇ, ਕਿਉਂਕਿ ਕਈ ਵਾਰੀ ਪੇਰੈਂਟਸ ਦੀਆਂ ਐਕਸਪੈਕਟੇਸ਼ਨਸ ਉਹ ਹੁੰਦੀਆਂ ਜੋ ਆਪ ਨਹੀਂ ਬਣ ਸਕੇ ਹੁੰਦੇ ਨਾ, ਉਹ ਬੱਚਿਆਂ ਨੂੰ ਉਹ ਬਣਾਉਣਾ ਚਾਹੁੰਦੇ ਆ। ਅਕਸਰ ਆਪਣੀ ਕਮਿਊਨਿਟੀ ਇਹੀ ਕਿਹਾ ਜਾਂਦਾ ਤੁਸੀਂ ਡਾਕਟਰ ਬਣੋ, ਤੁਸੀਂ ਵਕੀਲ ਬਣੋ, ਤੁਸੀਂ ਇੰਜੀਨੀਅਰਿੰਗ ਕਰ ਲਓ। ਤੇ ਗੁੱਡ ਥਿੰਗ ਤੁਸੀਂ ਐਡਰੈਸ ਕੀਤਾ ਕਿ ਬੱਚੇ ਦਾ ਇੰਟਰਸਟ ਕਾਹਦੇ ਵਿੱਚ ਉਹਨੂੰ ਜ਼ਰੂਰ ਸੁਣਨਾ ਚਾਹੀਦਾ ਹੈ। ਬਿਲਕੁਲ ਨਹੀਂ, ਆਪਣਾ ਕਰੋ ਜੋ ਤੁਸੀਂ ਇੰਜੋਏ ਕਰਦੇ ਆ। ਇਟ ਡਸ ਨਾਟ ਮੈਟਰ ਵੀ ਕੀ ਕਰਦੇ ਆ। ਪ੍ਰਿਤਪਾਲ ਦੀ ਗੱਲ ਕੀਤੀ ਆ। I'm going to ask you that question soon. So Prithpal ਸਾਡਾ ਹੈਗਾ, he's actually a mechanical engineer. ਹਾਂਜੀ, ਬੜਾ ਲਾਡਲਾ ਭਰਾ ਹੈ, ਛੋਟਾ ਹੈ ਨਾ, ਛੋਟਾ ਭਰਾ ਆ। So I mean ਉਹਨੂੰ ਵੀ ਆਪਾਂ ਇਹੀ ਕਿਹਾ ਸੀ ਸਕੂਲ ਜਾਓ ਪੜੋ। ਉਹਨੇ mechanical engineering ਕੀਤੀ, engineering ਕਰਾ ਲਈ, you know, he worked 5-7 years ਜੋ ਵੀ ਹੈਗਾ, but ਉਹਨੇ ਕਦੇ ਇੰਜੋਏ ਨਹੀਂ ਕੀਤਾ ਸੀ। ਸੋ ਦੈਨ ਉਹਨੇ ਆਪਣਾ ਨਿਕਲ ਕੇ ਪੁਲਿਸ ਸਰਵਿਸ ਕੀਤਾ and now he enjoys his job. So I mean even though ਉਹ ਪੜਿਆ ਸੀ ਇੰਜੀਨੀਅਰ, he wanted to do something else. ਜੀ, I remember that ਜਦੋਂ ਮੈਂ ਪ੍ਰਿਤਪਾਲ ਨੂੰ ਇੰਟਰਵਿਊ ਕੀਤਾ ਸੀ ਟੀਵੀ ਪ੍ਰੋਗਰਾਮ ਵਾਸਤੇ, ਉਹਨਾਂ ਨੇ ਮੈਨੂੰ ਜਦੋਂ ਸਵਾਲ ਪੁੱਛਿਆ, ਉਹ ਕਹਿੰਦੇ ਕਿ ਇਦਾਂ ਹੁੰਦਾ ਕਈ ਵਾਰੀ ਫੈਮਿਲੀ 'ਚ, ਜਿਵੇਂ ਤੁਸੀਂ ਫਾਰਮਾਸਿਸਟ, ਹਾਂਜੀ, ਦੂਜਾ ਬ੍ਰਦਰ ਵੀ ਫਾਰਮਾਸਿਸਟ, ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਥੋੜਾ ਬਹੁਤਾ ਫੈਮਿਲੀ ਵੱਲੋਂ ਨੋਇੰਗਲੀ ਅਨਨੋਇੰਗਲੀ ਉਹ ਇੱਕ ਸਿਬਲਿੰਗਸ ਦਾ ਥੋੜਾ ਜਿਹਾ ਪੇਰੈਂਟਸ ਵੱਲੋਂ ਹੁੰਦਾ ਵੀ ਤੂੰ ਵੀ ਕੁਝ ਪੜ੍ਹ ਕੇ ਕਰਨਾ ਹੈ ਨਾ, ਥੋੜੀ ਐਕਸਪੈਕਟੇਸ਼ਨਸ ਵੀ ਹੋ ਜਾਂਦੀ ਆ ਵੀ ਮੈਂ ਇਹਨਾਂ ਤੋਂ ਸੇਮ ਲੈਵਲ ਤੇ ਖੁਦ ਦੇ ਵਿੱਚ ਵੀ, ਭਾਵੇਂ ਫੈਮਿਲੀ ਨਾ ਵੀ, ਕਿ ਤੁਹਾਡੇ ਆਪ ਨੂੰ ਹੁੰਦਾ ਕਿ ਆਈ ਗਾਟ ਟੂ ਡੂ ਸਮਥਿੰਗ ਬੈਟਰ। ਤੇ ਉਹ ਦੱਸਿਆ ਕਹਿੰਦੇ ਫਿਰ ਪੜ੍ਹ ਕੇ ਤੇ ਸਰਟੀਫਿਕੇਟ ਕਹਿੰਦੇ ਜੜ ਕੇ ਲਾਤਾ ਵੀ ਆ ਲਓ ਜੀ, ਤੇ ਆਪਾਂ ਚੱਲੇ ਪੁਲਿਸ 'ਚ। ਮੇਰਾ ਇੱਕ ਹੋਰ ਫਰੈਂਡ ਸੀਗਾ ਯੂਨੀਵਰਸਿਟੀ ਦੇ ਵਿੱਚ, ਉਹਦੀ ਮਮ ਇੱਥੇ ਐਡਮਿੰਟਨ ਡਾਕਟਰ ਆ, ਤਾਂ ਉਹ ਵੀ ਉਹਨੂੰ ਚਾਹੁੰਦੀ ਸੀ ਵੀ ਤੂੰ ਡਾਕਟਰ ਬਣੇ। ਉਹ ਡਾਕਟਰ ਨਹੀਂ ਲਾਈਕ ਕਰਦਾ ਸੀ ਬਣਨਾ। ਸੋ ਹੀ ਵਾਜ਼ ਅ ਵੈਰੀ ਵੈਰੀ ਸਮਾਰਟ ਸਟੂਡੈਂਟ। ਸੋ ਉਹਨੇ ਕੀ ਕੀਤਾ, ਜਸਟ ਮਮ ਨੂੰ ਦੱਸਣ ਨੂੰ ਉਹਨੇ ਮੈਡੀਸਨ ਦੇ ਵਿੱਚ ਜਾ ਕੇ ਐਪਲੀਕੇਸ਼ਨ ਕਰਤੀ, ਹੀ ਗਾਟ ਐਕਸੈਪਟਡ। ਅੱਛਾ ਜੀ, application ਕਰ ਦਿੱਤੀ dentistry, he got accepted. At the end mom ਨੂੰ ਕਹਤਾ I got accepted ਪਰ ਮੈਂ ਕਰਨਾ ਨਹੀਂ, he went and did business. So ਉਹਨੇ MBA ਕੀਤੀ ਆ। But I mean ਉਹਨੇ ਇੱਕ ਤਰ੍ਹਾਂ ਦਾ parents ਨੂੰ show ਕਰਤਾ ਵੀ this is, I'm capable of it but I don't want to do it. But he pursued what he enjoys and I really ਕਰਕੇ ਸਾਡੇ ਕੰਮ ਤੇ ਕੀ ਤੇ EMPLOYEES ਵੀ ਮੈਂ ਦੇਖਿਆ ਵੀ ਹੁੰਦੇ ਆ ਕੰਮ ਤੇ। ਹੁਣ ਸਾਡੀ staff is really really good. I mean ਇਸ ਗੱਲੋਂ ਨਹੀਂ ਹੈਗੀ, I'm just saying I've seen people over the years be they come to work but they don't really enjoy they don't enjoy what they're doing. And you have to enjoy what you do. And at the end of the day, je tusi like I said earlier, enjoy nahi karde, find a different career. And I thoroughly enjoy jo main karda every day, main unna I thoroughly enjoy. Main parson ਗੱਲ ਕਰਦਾ ਸੀਗਾ, I like challenges. ਮਤਲਬ ਜਦੋਂ ਕੋਈ ਥੋੜਾ ਬਹੁਤ ਲਾਈਫ ਸਿੰਪਲ ਹੁੰਦੀ ਆ, ਮੈਨੂੰ ਹੁੰਦਾ ਵੀ ਮੈਂ ਉਹਨੂੰ ਕੰਪਲਿਕੇਟ ਕਰਕੇ ਹੋਰ ਡਿਫਿਕਲਟ ਕਿੱਦਾਂ ਕਰਾਂ। ਜੇ ਤੁਸੀਂ ਚੈਲੰਜ ਨਹੀਂ ਆਪਣੇ ਆਪ ਨੂੰ ਕਰਦੇ, ਆਪਣੇ ਆਪ ਨੂੰ ਥੋੜਾ ਪੁਸ਼ ਨਹੀਂ ਕਰਦੇ, then that too is stale ho jante that too to me is not very good karke, then you have stopped living. You have to push yourself and grow all the time, right? ਤੁਸੀਂ ਇਹਦੇ ਵਿੱਚ ਸਿੱਖੀ ਦਾ ਸਿਧਾਂਤ ਦੱਸ ਦਿੱਤਾ ਤੁਸੀਂ ਇਸ ਗੱਲ ਦੇ ਵਿੱਚ, ਕਿਉਂਕਿ we supposed to be learning every day. ਸਾਨੂੰ ਸਿੱਖਣਾ ਚਾਹੀਦਾ, ਹਰ ਰੋਜ਼ ਨਵਾਂ ਦਿਨ, ਹਰ ਰੋਜ਼ ਨਵਾਂ ਸਿੱਖੀਏ ਤੇ ਅੱਗੇ ਤੋਂ ਅੱਗੇ ਆਪਾਂ ਵੱਧਦੇ ਜਾਈਏ, ਆਪਣੀ ਸਾਡੀ ਗਰੋਥ ਨਾ ਰੁਕੇ, ਸਾਡੀ ਉਹ ਜਿਹੜੀ ਡਿਵੈਲਪਮੈਂਟ ਹੈ ਉਹ ਨਾ ਕਿਤੇ ਰੁਕੇ। ਬਿਲਕੁਲ, that's what I believe too. I mean at the end of the day ਤੁਹਾਨੂੰ ਆਪਣੇ ਆਪ ਨੂੰ ਪੁਸ਼ ਕਰਨਾ ਚਾਹੀਦਾ। ਸੋ whatever ਤੁਸੀਂ ਇੱਥੇ ਅੱਜ ਕੈਪੇਬਲ ਆ, ਇਟਸ ਗੁੱਡ, ਤੁਸੀਂ ਕਰ ਰਹੇ ਆ, ਬਟ ਡੂ ਵਨ ਸਟੈਪ ਮੋਰ ਟੁਮਾਰੋ। ਇਹ ਤੁਸੀਂ ਵਧੀਆ ਪੁਆਇੰਟ ਐਡਰੈਸ ਕੀਤਾ। ਜਿਹੜਾ ਸਾਡਾ ਮਨ ਹੁੰਦਾ ਨਾ, ਉਹ ਲੇਜ਼ੀ ਹੋ ਜਾਂਦਾ। ਕਈ ਵਾਰੀ ਕਿਸੇ ਚੀਜ਼ ਤੁਸੀਂ ਕੰਫਰਟੇਬਲ ਫੀਲ ਕਰਨ ਲੱਗ ਪੈਂਦੇ ਹੋ ਐਂਡ ਦੈਨ ਯੂ ਸਟੇ ਇਨ ਦੈਟ। ਪਰ ਜਦ ਤੁਸੀਂ ਥੋੜਾ ਜਿਹਾ ਚੈਲੰਜ ਕਰੋ ਨਾ ਆਪਣੇ ਆਪ ਨੂੰ, ਐਂਡ ਜਦ ਤੁਸੀਂ ਰਿਜ਼ਲਟ ਦੇਖਦੇ ਹੋ, ਤੁਹਾਨੂੰ ਫਿਰ ਲੱਗਦਾ ਕਿ ਨਹੀਂ, ਇਹ ਕੀਤਾ ਜਾ ਸਕਦਾ, ਮੇਰੇ ਵਿੱਚ ਹੋਰ ਵੀ ਸਪਾਰਕ ਹੈ, ਆਈ ਕੈਨ ਡੂ ਮੋਰ। ਬਿਲਕੁਲ ਜੀ। I mean, I think back on my life. So when I graduate kita si, I worked 3 years in a small town, Pincher Creek, which is very, very nice, small, rural community, very accepting. People were really nice. But after a little while, you want to change. Then I Edmonton aaya, apne jida keh lo big box stores, pharmacy kita, which I didn't enjoy very much. But again, Firasi Pharmacy, I found every 3 to 5 years I needed a change in my life. Moving forward. And then even in pharmacy jab open kiti,
ਇੱਕ ਸੀਗੀ ਆਪਣੇ ਬਿਜ਼ਨਸ ਦੇ ਵਿੱਚ ਇਹ ਹੁੰਦਾ ਤੁਸੀਂ ਆਲਵੇਜ਼ ਡਿਵੈਲਪ ਕਰ ਸਕਦੇ ਹੋ ਫਾਰਮੇਸੀ ਦੇ ਵਿੱਚ ਵੀ ਦੀ ਡਿਵੈਲਪ ਹੁੰਦਾ ਆ ਸੋ ਜਦੋਂ ਪਹਿਲਾਂ ਫਾਰਮੇਸੀ ਖੋਲੀ ਫਾਰਮੇਸੀ ਪ੍ਰੋਫੈਸ਼ਨ ਜਿੱਦਾਂ ਸੀਗੀ ਪ੍ਰਿਸਕ੍ਰਾਈਬਿੰਗ ਨਹੀਂ ਕਰਦੇ ਸੀ ਇੰਜੈਕਸ਼ਨ ਨਹੀਂ ਕਰਦੇ ਸੀ ਆਫਟਰ ਅਬਾਊਟ 5 to 7 year ਉਹ ਵੀ ਹੋ ਗਈ ਮਤਲਬ ਯੂ ਵਰ ਆਲਵੇਜ਼ ਚੇਂਜਿੰਗ ਐਂਡ ਲਰਨਿੰਗ then after कह लो 5-7 year फिर बोर हो गए फिर असी airplane pilot का license ला लिया I was going to ask you have done many things हाँ जी so I mean I always like जो थोड़ा जिहा बोर हो जाने you change yourself up right अपने आप ਨੂੰ ਚੈलेंज ਕਰਨਾ ਚਾਹੀਦਾ ਹਮੇਸ਼ਾ ਜ਼ਰੂਰ ਕਰਨਾ ਚਾਹੀਦਾ ਬਿਲਕੁਲ ਜੀ ਠੀਕ ਹੈ ਜੀ ਸੋ ਮਾਈ ਰੇਡੀਓ 580 AM ਤੋਂ ਤੁਸੀਂ ਸੁਣ ਰਹੇ ਗੱਲਬਾਤ ਜਸਵੀਰ ਭੂਈ ਹੋਰਾਂ ਦੇ ਨਾਲ ਜੋ ਫਾਰਮਾਸਿਸਟ ਨੇ ਮੈਡੀਸਨ ਸ਼ਾਪ ਫਾਰਮੇਸੀ ਤੇ ਤੁਸੀਂ ਅਕਸਰ ਉਹਨਾਂ ਨੂੰ ਮਿਲਦੇ ਹੋ ਗੱਲਬਾਤ ਕਰਦੇ ਹੋ ਤੇ ਇਹ ਵੀ ਨੋਟਿਸ ਕੀਤਾ ਜਸਵੀਰ ਜਦੋਂ ਤੁਹਾਨੂੰ ਕਿਤੇ ਫਾਰਮੇਸੀ ਤੇ ਮਿਲਣ ਜਾਂ ਤੁਹਾਡਾ ਅਕਸਰ ਜਿਹੜੀ ਤੁਹਾਨੂੰ ਮਿਲਣ ਵਾਸਤੇ ਨਾ ਜਿਹੜੇ ਖਾਸ ਕਰਕੇ ਕੋਈ ਵੀ ਹੁਣ ਆਪਣੇ ਦੇ ਆਲ ਲਾਈਕ ਟੂ ਟਾਕ ਟੂ ਯੂ ਤੇ ਬਜ਼ੁਰਗੋ ਬੜੇ ਖੁਸ਼ ਹੋ ਕੇ ਤੁਹਾਨੂੰ ਮਿਲਦੇ ਕਿਉਂਕਿ ਪੂਰਾ ਤੁਸੀਂ ਐਕਸਪਲੇਨ ਕਰ ਦਿੰਦੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਪੂਰੀ ਉਹਨਾਂ ਦੀ ਪ੍ਰਿਸਕ੍ਰਿਪਸ਼ਨ ਕਿਵੇਂ ਹੈ ਸਾਰਾ ਕੁਝ ਇਹਦੇ ਵਿੱਚ ਤੁਹਾਨੂੰ ਕਿੰਨੀ ਸੈਟੀਸਫੈਕਸ਼ਨ ਮਿਲਦੀ ਜੇ ਤੁਸੀਂ ਉਹਨਾਂ ਨੂੰ ਬਹੁਤ ਡਿਟੇਲ ਚ ਪੰਜਾਬੀ ਚ ਦੱਸਦੇ ਹੋ ਮਤਲਬ ਜਿਹੜੀ ਕਹਿ ਲੋ ਵੀ ਮੈਂ ਕੰਮ ਘੱਟ ਕਰਦਾ ਬੋਲਦਾ ਜ਼ਿਆਦਾ ਮੈਨੂੰ ਕੰਮ ਤੇ ਇਹੀ ਕਹਿੰਦੇ ਆ ਤੁਹਾਨੂੰ ਅਸੀਂ ਇੱਥੇ ਲਿਆਉਣੇ ਮੀਡੀਆ ਚ ਮੇਬੀ ਮੈਨੂੰ ਮੀਡੀਆ ਚ ਹੋਣਾ ਚਾਹੀਦਾ ਸੋ that is my passion ਜਿਹੜੀ communication talking to people that is my passion so it is maybe ਮੇਰੀ ਦਾੜੀ ਹੁਣ ਚਿੱਟੀ ਹੋਣ ਕਰਕੇ ਬਜ਼ੁਰਗ ਵੀ ਮੈਨੂੰ ਬਜ਼ੁਰਗ ਸਮਝਦੇ ਆ right so ਮੈਂ ਲੱਗਦਾ ਜ਼ਿਆਦਾ ਬਜ਼ੁਰਗ ਆ ਪਰ ਮੇਬੀ you're still young I know that ਪਰ ਉਹਦੇ ਨਾਲ ਫਿਰ ਮੇਬੀ ਰਿਲੇਸ਼ਨ ਜ਼ਿਆਦਾ ਰਿਲੇਟ ਕਰਦੇ ਆ ਬਜ਼ੁਰਗ but it's the funnest part pharmacy and ਜਿਹੜੀ ਹੈਗੀ communicating with people is the funnest part of kalo pharmacy that's what fulfillment ਜਿਹੜੀ ਮਿਲਦੀ ਹੈ ਇਹਦੇ ਵਿੱਚ ਹੀ ਮਿਲਦੀ ਹੈ ਜਦੋਂ ਤੁਸੀਂ communicate ਕਰਦੇ ਬੰਦਿਆਂ ਨਾਲ ਬੰਦੇ ਨੂੰ ਕਿਸੇ ਨੂੰ ਤੁਸੀਂ ਹੈਲਪ ਕਰ ਦਿੱਤਾ ਜਿਹੜਾ ਮਤਲਬ ਉਹਨਾਂ ਦੀ ਪ੍ਰੋਬਲਮ ਸੋਲਵ ਕਰਤੀ ਕਈ ਵਾਰੀ ਇਦਾਂ ਦੀਆਂ ਵੀ ਚੀਜ਼ਾਂ ਹੁੰਦੀਆਂ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਮੇਰੀ ਪ੍ਰੋਬਲਮ ਕੀ ਆ but you can solve their problem without them even knowing what their problem is then ਤੁਸੀਂ ਬਹੁਤ ਸੈਟੀਸਫੈਕਸ਼ਨ ਉਹਦੇ ਵਿੱਚ ਲੈਂਦੇ ਆ ਕੀ ਬਾਤ ਹੈ ਜੀ ਪ੍ਰੋਗਰਾਮ ਪ੍ਰਵਾਸ ਦੇ ਵਿੱਚ ਤੁਹਾਡਾ ਸਵਾਗਤ ਹੈ ਪਰਸਨੈਲਿਟੀ ਪ੍ਰੋਫਾਈਲ ਪ੍ਰੋਗਰਾਮ ਦੇ ਵਿੱਚ ਅੱਜ ਫਾਰਮਾਸਿਸਟ ਮੈਡੀਸਨ ਸ਼ਾਪ ਫਾਰਮੇਸੀ ਤੇ ਜਸਵੀਰ ਭੂਈ ਹੋਰਾਂ ਦੇ ਨਾਲ ਗੱਲਬਾਤ ਕਰਾਂ ਜਸਵੀਰ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਇੱਕ ਤੁਸੀਂ ਦੇਖੋ ਇੱਥੇ ਸਕੂਲਿੰਗ ਕੀਤੀ ਹੈ ਤੁਹਾਡੀ ਪੰਜਾਬੀ ਬਹੁਤ ਸੋਹਣੀ ਆ ਸੋ ਇਹਦਾ ਕ੍ਰੈਡਿਟ ਕਿਹਨੂੰ ਜਾਂਦਾ ਹੈ ਪਹਿਲੇ ਕ੍ਰੈਡਿਟ ਤਾਂ ਮੰਮੀ ਡੈਡੀ ਨੂੰ ਜਾਂਦਾ ਆ ਜੀ ਦੂਸਰਾ ਕ੍ਰੈਡਿਟ ਜਾਂਦਾ ਆ ਕਮਿਊਨਿਟੀ ਨੂੰ ਸੋ ਮਮ ਡੈਡ ਅਸੀਂ ਕਾਫੀ ਇਨਵੋਲਵ ਰਹਿੰਦੇ ਹੁੰਦੇ ਸੀ ਕਮਿਊਨਿਟੀ ਦੇ ਵਿੱਚ ਹਾਂਜੀ ਸੋ ਜਦੋਂ ਗੁਰਦੁਆਰੇ ਜਾਣਾ ਇੱਦਾਂ ਜਾਣਾ ਕਾਫੀ ਇਨਵੋਲਵਮੈਂਟ ਰਹਿੰਦੀ ਬਾਕੀ ਜਦੋਂ ਉਸ ਟਾਈਮ ਤੇ ਕਹਿ ਲਓ ਵੀ ਮੋਸਟਲੀ ਜਿਹੜੇ ਆਪਾਂ ਇੱਥੇ ਕੈਨੇਡਾ ਚ ਰਹਿੰਦੇ ਸੀਗੇ ਫੈਮਲੀਆਂ ਸਾਰੀਆਂ ਪੰਜਾਬੀ ਬੋਲਦੀਆਂ ਹੁੰਦੀਆਂ ਸੀ ਘਰ ਦੇ ਵਿੱਚ ਅੱਜ ਕੱਲ ਥੋੜਾ ਚੇਂਜ ਹੋਇਆ ਅੱਜ ਕੱਲ ਨਿਆਣੇ ਇੰਗਲਿਸ਼ ਬੋਲਦੇ ਆ ਫਿਰ ਦੂਸਰਾ ਕ੍ਰੈਡਿਟ ਜਾਂਦਾ ਵੀ ਜਦੋਂ ਮੈਂ ਫਾਰਮੇਸੀ ਖੋਲੀ ਸੀ ਮੇਰੀ ਪੰਜਾਬੀ ਸੀਗੀ ਇਟ ਵਾਸ ਓਕੇ ਮਤਲਬ ਜਦੋਂ ਉੱਥੇ ਫਾਰਮੇਸੀ ਖੋਲੀ ਉਸ ਤੋਂ ਬਾਅਦ ਇਟ ਇੰਪਰੂਵਡ ਕਰਕੇ ਐਵਰੀ ਡੇ ਤੁਹਾਡੀ ਆਨਗੋਇੰਗ ਕਲਾਸਿਸ ਚੱਲਦੀਆਂ ਰਹੀਆਂ ਉੱਥੇ ਹੈ ਬਿਲਕੁਲ ਜੀ ਪਰ ਹਜੇ ਵੀ ਪ੍ਰੋਬਲਮ ਪੈਂਦੀ ਕਿ ਇਹਦੀ ਨੰਬਰਸ ਨਹੀਂ ਆਉਂਦੇ ਹੁੰਦੇ ਪੰਜਾਬੀ ਨੰਬਰਸ ਹਜੇ ਤਾਂ ਹੀ ਨਹੀਂ ਹੁੰਦੇ ਕਈ ਚੀਜ਼ਾਂ ਹਜੇ ਵੀ ਲੈਕਿੰਗ ਹੈਗੇ ਆ ਜੀ ਪਰ ਕਾਫੀ ਵਧੀਆ ਤੁਸੀਂ ਪੰਜਾਬੀ ਬੋਲਦੇ ਹੋ ਕਮਿਊਨੀਕੇਸ਼ਨ ਐਂਡ ਇੰਪੋਰਟੈਂਟ ਹੈ ਬਹੁਤ ਆਪਣੀ ਭਾਸ਼ਾ ਲੈਂਗੁਏਜ ਕੋਈ ਵੀ ਸੈਕੰਡ ਲੈਂਗੁਏਜ ਇਜ਼ ਵੈਰੀ ਇੰਪੋਰਟੈਂਟ ਸਾਰਿਆਂ ਨੂੰ ਸਿੱਖਣੀ ਚਾਹੀਦੀ ਆ ਜੀ ਇਹ ਸਮਹਾਉ ਰਿਟੇਨ ਕਰਨੀ ਔਖੀ ਆ ਮੈਨੂੰ ਪਤਾ ਮੇਰੇ ਵੱਡੀ ਕੁੜੀ ਆ ਹਾਂਜੀ ਉਹਨੂੰ ਪੰਜਾਬੀ ਅਸੀਂ ਘਰ ਬੋਲਦੀ ਹੁੰਦੀ ਸੀ ਬਟ ਨਾਓ ਸ਼ੀ ਇਜ਼ ਇੰਗਲਿਸ਼ ਬੋਲਦੀ ਹੈ ਸਾਡੇ ਨਾਲ ਵੀ ਹੁਣ ਇੰਗਲਿਸ਼ ਬੋਲਦੀ ਆ whereas ਮੇਰੇ ਦੂਸਰੇ ਦੋ ਸੰਤ ਕੁੜੀ ਉਹ ਦੋਨੇ ਪੰਜਾਬੀ ਬੋਲ ਲੈਂਦੇ ਆ ਜੀ I mean which is really really good ਆਪਾਂ ਨੂੰ ਪੁਸ਼ ਕਰਨਾ ਚਾਹੀਦਾ ਜਿੰਨਾ ਪੁਸ਼ ਕਰ ਸਕਦੇ ਆ ਪੰਜਾਬੀ ਸਾਡੇ ਘਰ ਚੋਲਟ ਰਿਹਾ ਵੱਡਾ ਹੀ ਸਪੀਕਸ ਮੋਰ ਪੰਜਾਬੀ ਉਹਨੂੰ ਜ਼ਿਆਦਾ ਪੰਜਾਬੀ ਆਉਂਦੀ ਹੈ ਕਿਉਂਕਿ ਜਦ ਛੋਟਾ ਸੀ ਮੈਨੂੰ ਚੇਤਾ ਉਹਨੂੰ ਪੰਜਾਬੀ ਘਰ ਸਾਰੇ ਬੋਲਦੇ ਸੀ ਹੈ ਨਾ ਬਾਕੀ ਰਿਸ਼ਤੇਦਾਰ ਵੀ ਸਾਰੇ ਪੰਜਾਬੀ ਬੋਲਣੀ ਇੰਗਲਿਸ਼ ਉਹਨੇ ਸਕੂਲ ਜਾ ਕੇ ਸ਼ੁਰੂ ਕੀਤੀ ਬੋਲਣੀ ਨਹੀਂ ਇੱਥੇ ਹੁਣ ਜਿੱਦਾਂ ਈਵਨ ਆਪਣੇ ਸ਼ੀ ਵਾਸ ਸਪੀਕਿੰਗ ਪੰਜਾਬੀ ਐਟ ਹੋਮ ਹਾਂਜੀ ਐਂਡ ਫਿਰ ਆਪਣੇ ਕਹਿ ਲਓ ਵੀ ਜੋ ਗਰੋ ਅਪ ਹੋਈ ਪੰਜਾਬੀ ਘਰ ਵੀ ਅਸੀਂ ਪੰਜਾਬੀ ਬੋਲਦੇ ਸੀ ਪਰ ਸਮਹਾਉ ਅਨਦਰ ਉਹਨੂੰ ਇੰਗਲਿਸ਼ ਪ੍ਰੈਫਰੈਂਸ ਦੇਣ ਲੱਗ ਪਈ ਹੁਣ ਮੈਨੂੰ ਵੀ ਹੈਗਾ ਆਪਾਂ ਪੰਜਾਬੀ ਬੋਲ ਰਹੇ ਆ ਮੇਰਾ ਬ੍ਰੇਨ ਇੰਗਲਿਸ਼ ਥਿੰਕ ਕਰਦਾ ਫਿਰ ਟ੍ਰਾਂਸਲੇਟ ਕਰਦਾ ਟੂ ਪੰਜਾਬੀ ਮੈਂ ਵੀ ਕਹਿਣ ਲੱਗੀ ਸੀ ਫਰਕ ਪੈ ਜਾਂਦਾ ਮੈਂ ਇਹ ਫਾਈਂਡ ਕੀਤਾ ਕਿ ਮੈਨੂੰ ਲੱਗਾ ਕਿ ਆਮ ਘਰਾਂ ਦੇ ਵਿੱਚ ਛੋਟਾ ਬੱਚਾ ਉਹ ਜ਼ਿਆਦਾ ਇੰਗਲਿਸ਼ ਬੋਲਦੇ ਆ
ਉਹ ਇਸ ਕਰਕੇ ਹੁੰਦਾ ਕਿਉਂਕਿ ਜੋ ਦੂਸਰੇ ਜਿਹੜੇ ਸਿਬਲਿੰਗਸ ਆ ਭੈਣ ਭਰਾ ਉਹਨਾਂ ਦੇ ਨਾਲ ਵੀ ਉਹਨੇ ਇੰਗਲਿਸ਼ ਬੋਲਣੀ ਆ ਹਾਂਜੀ ਤੇ ਆਪਾਂ ਵੀ ਕਈ ਵਾਰੀ ਆਪਾਂ ਕੋਸ਼ਿਸ਼ ਵੀ ਕਰੀਏ ਫਿਰ ਚੇਤਾ ਭੁੱਲ ਜਾਂਦਾ ਆਪਾਂ ਫਿਰ ਜਵਾਬ ਉਹਨਾਂ ਨੂੰ ਇੰਗਲਿਸ਼ ਦੇ ਦਿੱਤਾ ਫਿਰ ਉਹ ਇੱਕ ਸਰਕਲ ਜਿਹਾ ਚੱਲਦਾ ਰਹਿੰਦਾ ਫਿਰ ਰੀਇਨਫੋਰਸ ਹੋ ਜਾਂਦਾ ਉਹਨਾਂ ਨੂੰ ਵੀ ਤਾਂ ਅੱਜ ਕੱਲ ਮੈਂ ਦੇਖਿਆ ਵੀ ਨਿਆਣੇ ਆਪਾਂ ਜਦੋਂ ਕਹ ਲੋ ਛੋਟੇ ਹੁੰਦੇ ਆ ਲੈਸ ਦੈਨ ਸਕੂਲ ਏਜ ਉਦੋਂ ਪੰਜਾਬੀ ਬਹੁਤ ਸੋਹਣੀ ਬੋਲਦੇ ਹਾਂਜੀ ਪਰ ਜਦੋਂ ਸਕੂਲ ਜਾਣ ਲੱਗ ਪੈਂਦੇ ਉਸੇ ਵੇਲੇ ਉਹਨਾਂ ਦੀ ਇੰਗਲਿਸ਼ ਆ ਜਾਂਦੀ ਹੈ ਪਰ ਆਈ ਕੈਨ ਟੈਲ ਯੂ ਅਬਾਊਟ ਯੂਰ ਡਾਟਰ ਇਸ ਤਰ੍ਹਾਂ ਹੋਣਾ ਕਿ ਜਦੋਂ ਉਹ ਕੰਮ ਕਰਨ ਲੱਗੀ ਨਾ ਤੇ ਜੇ ਤੁਹਾਡੇ ਵਾਂਗੂ ਉਹਨਾਂ ਦਾ ਸਵਾਬ ਬਣਿਆ ਤਾਂ ਫਿਰ ਪੰਜਾਬੀ ਦੇਖਿਆ ਵੀ ਬਹੁਤ ਸੋਹਣੀ ਸਿੱਖ ਹੋ ਜਾਣੀ ਨਹੀਂ ਉਹਨੂੰ ਪਤਾ ਹੈ ਵਾਪਸ ਆ ਜਾਂਦੀ ਫਿਰ ਆ ਜਾਂਦੀ ਹੈ ਵਾਪਸ ਆ ਜਾਂਦੀ ਹੈ ਐਬਸੋਲੂਟਲੀ ਹਾਂਜੀ ਸੋ ਆਪਾਂ ਗੱਲ ਕਰਦੇ ਸੀ ਤੁਹਾਡੀ ਲਾਈਫ ਸਟੋਰੀ ਦੀ ਕਿ ਕਿਵੇਂ ਤੁਸੀਂ ਪਹਿਲਾਂ ਪੜ੍ਹੇ ਫਿਰ ਪੜ੍ਹ ਕੇ ਤੁਸੀਂ ਫਾਰਮਾਸਿਸਟ ਬਣੇ ਉਸ ਤੋਂ ਬਾਅਦ ਤੁਸੀਂ ਜੌਬਸ ਆਪਣੀਆਂ ਤੇ ਬਾਅਦ ਦੇ ਵਿੱਚ ਮੈਡੀਸਿਨ ਸ਼ਾਪ ਤੱਕ ਦਾ ਤੁਹਾਡਾ ਸਫ਼ਰ ਕਿਵੇਂ ਰਿਹਾ ਕਿਵੇਂ ਸਵਾਬ ਬਣਿਆ ਕਿ ਹੁਣ ਤੁਹਾਨੂੰ ਆਪ ਆਪਣੀ ਫਾਰਮੇਸੀ ਤੁਹਾਡੀ ਹੋਣੀ ਚਾਹੀਦੀ ਹੈ ਸੋ ਮੈਂ ਤੁਹਾਨੂੰ ਕਿਹਾ ਸੀ ਮੈਂ ਪਹਿਲਾਂ ਸਮਾਲ ਟਾਊਨ ਕੀਤਾ ਸੀਗਾ ਕੰਮ ਹਾਂਜੀ ਤਾਂ ਫਿਰ ਜਦੋਂ ਇੱਥੇ ਐਡਮਿੰਟਨ ਮੂਵ ਹੋਈ ਸੀ ਕਰਕੇ ਉਹ ਇਹ ਹੁੰਦਾ ਸੀ ਵੀ ਫੈਮਿਲੀਜ਼ ਐਵਰੀ 2 ਵੀਕਾਂ ਬਾਅਦ ਅਸੀਂ ਆਈਦਾ ਸੀ ਕਾਫੀ ਕਲੋਜ਼ ਫੈਮਿਲੀ ਸੀਗੀ ਤਾਂ ਫਿਰ ਮੁੜ ਕੇ ਐਡਮਿੰਟਨ ਇਸੇ ਕਰਕੇ ਮੂਵ ਹੋਏ ਆ ਨਾਟ ਉਹਦਾ ਜੌਬ ਇਨ ਪਿੰਸ਼ਰ ਕ੍ਰੀਕ ਵਾਸ ਆਸਮ ਤਾਂ ਜਦੋਂ ਮੁੱਠੇ ਆਏ ਸੀ ਆਈ ਵਰਕਡ ਇਨ ਅ ਬਿਗ ਬਾਕਸ ਸਟੋਰ ਹਾਂਜੀ ਤਾਂ ਜਿਹੜਾ ਬਿਗ ਬਾਕਸ ਸਟੋਰ ਦਾ ਫੁਲਫਿਲਮੈਂਟ ਸੀਗਾ was not there ਉੱਥੇ ਜਿਹੜੀ ਫਾਰਮੇਸੀ ਹੈਗੀ ਆ ਥੋੜੀ ਡਿਫਰੈਂਟ ਹੁੰਦੀ ਸੀ ਉੱਥੇ ਜੇ ਮੈਂ ਕਿਸੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਤਾ ਤਾਂ ਮੈਨੂੰ ਇਹੀ ਦੱਸਦੇ ਹੁੰਦੇ ਸੀ ਯੂ ਆਰ ਸਪੈਂਡਿੰਗ ਟੂ ਮਚ ਟਾਈਮ ਛੇਤੀ ਨੈਕਸਟ ਕਰੋ ਰਾਈਟ ਐਂਡ I was very कह लो disgruntled ਮੈਨੂੰ ਮਜ਼ਾ ਨਹੀਂ ਆਉਂਦਾ ਸੀ ਤਾਂ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਸੋਚਦਾ ਹੁੰਦਾ ਸੀ ਕਰੀਅਰ ਚੇਂਜ ਕਰਨ ਉਹਦਾ ਕਰਕੇ ਜਦੋਂ ਮੈਂ ਦੱਸਿਆ ਤੁਹਾਨੂੰ ਐਵਰੀ ਡੇ ਮਾਰਨਿੰਗ ਚ ਜਾ ਕੇ ਯੂ ਹੈਵ ਟੂ ਇੰਜੋਏ ਵਾਟ ਯੂ ਡੂ ਐਂਡ I was not enjoying ਉੱਥੇ ਕੀ ਕਰਦਾ then somehow or another ਆਪਣੀ ਮੈਡੀਸਿਨ ਸ਼ਾਪ ਉਦੋਂ ਬ੍ਰੈਂਡ ਨਿਊ ਫਰੈਂਚਾਈਜ਼ ਹੁੰਦੀ ਸੀ ਇੱਥੇ ਐਡਮਿੰਟਨ ਚ ਜੀ ਉਦੋਂ 5-6 ਫਾਰਮੇਸੀਆਂ ਸੀ ਤਾਂ ਉਹਨਾਂ ਦਾ ਇਹੀ ਮੋਟੋ ਹੁੰਦਾ ਸੀ ਵੀ ਪ੍ਰੈਕਟਿਸ ਫਾਰਮੇਸੀ the way it was supposed to be and so pharmacy ਦਾ ਮਤਲਬ ਇਹ ਸੀਗਾ ਵੀ ਤੁਸੀਂ ਕਨੈਕਟ ਕਰੋ ਪੇਸ਼ੈਂਟਸ ਨਾਲ ਐਂਡ ਪੇਸ਼ੈਂਟਸ ਨੂੰ ਤੁਸੀਂ ਸਰਵਿਸ ਦਿਓ ਉਹਨਾਂ ਨੂੰ ਜਿਹੜੇ ਪ੍ਰੋਬਲਮ ਸੋਲਵ ਕਰੋ ਐਂਡ ਉਹ ਲੈਂਡ ਦੇ ਨਾਲ ਸੋ ਮੈਡੀਸਿਨ ਸ਼ਾਪ ਦੇ ਪਿੱਛੇ ਅਸੀਂ ਲੈ ਕੇ ਫਰੈਂਚਾਈਜ਼ ਖੋਲ ਲਈ so ਜਦੋਂ ਲਈ ਸੀ 2000 ਦੇ ਵਿੱਚ ਇੱਥੇ you know a couple years ਦੀ ਹੁੰਦੇ all any new business ਹੁੰਦਾ ਹੈ which is good but I mean community ਨੇ ਉਦੋਂ ਬਹੁਤ support ਕੀਤੀ communities ਦੀ support ਦੇ ਨਾਲ pharmacy grow ਹੋਈ ਆ ਆਪਣੇ ਡਾਕਟਰ ਥਾਪਰ ਵੀ ਜਿਹੜੇ ਹੁੰਦੇ ਸੀ ਹੁਣ ਤਾਂ ਉਹ ਵੀ ਪਾਸ ਹੋਏ ਹੋ ਗਏ ਹਾਂਜੀ ਉਹ ਹੁੰਦੇ ਸੀ ਮੈਲਬੌਰਨ ਮਾਲ ਦੇ ਵਿੱਚ ਹੁੰਦੇ ਸੀਗੇ ਤਾਂ 2005 ਦੇ ਵਿੱਚ ਉਹਨਾਂ ਨੇ ਵੀ ਆ ਕੇ ਸਾਡੇ ਨੈਕਸਟ ਸਟੋਰ ਮੂਵ ਕਰ ਲਿਆ ਸੀਗਾ ਕਰਕੇ ਉਹਨਾਂ ਦੇ ਨਾਲ ਉੱਥੇ ਜਦੋਂ ਮੈਲਬੌਰਨ ਮਾਲ ਵਿੱਚ ਵੀ ਹੁੰਦੇ ਸੀ ਕਾਫੀ ਪੇਸ਼ੈਂਟਸ ਇੱਧਰ ਉੱਧਰ ਜਾਂਦੇ ਹੁੰਦੇ ਸੀਗੇ ਜੀ ਜੀ ਸੋ ਉਹਨੇ ਆ ਕੇ ਥੱਲੇ ਸਾਡੇ ਕੋਲ ਆ ਗਏ ਸੀਗੇ ਤਾਂ ਹੁਣ ਉਹਨਾਂ ਦੇ ਕਲੀਨਿਕ ਵੀ ਆਪਣੇ ਨਾਲ ਹੀ ਆ ਕਰਕੇ ਉਹ back and forth patients ਜਾਂਦੇ ਆ ਹਾਂਜੀ so that's a good point ਤੁਸੀਂ ਜੋ ਐਡਰੈਸ ਕੀਤਾ ਨਾ ਕਿ ਵਾਰੀ ਇਹ ਹੁੰਦਾ ਕਿ you got to be passionate about your job about your work ਬਿਲਕੁਲ ਜੀ ਤੇ ਜੇ ਉਹ ਤੁਹਾਡੀ ਫੁਲਫਿਲਮੈਂਟ ਨਹੀਂ ਹੁੰਦੀ ਨਾ ਤੇ ਤੁਹਾਡੀ ਸੈਟੀਸਫੈਕਸ਼ਨ ਨਹੀਂ ਤੁਹਾਨੂੰ ਕੰਮ ਤੋਂ ਹੁੰਦੀ ਕਿ ਜੋ ਮੈਂ ਕਰਨਾ ਚਾਹੁੰਦਾ I want to make a difference 100% that's what you have to do every morning you have to go out and make a difference in the world and ਜੇ ਤੁਸੀਂ difference in the world even little bit ਵੀ ਕਰਦੇ ਆ is a big difference ਕਰਕੇ ਤੁਹਾਡੇ ਲਈ ਕਿਹੜੀ little ਚੀਜ਼ ਹੁੰਦੀ ਪਰ ਹੋਰ ਕਿਸ ਲਈ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਜੀ ਜੀ ਕੀ ਬਾਤ ਹੈ ਜੀ ਬਿਊਟੀਫੁਲ I know that ਅਕਸਰ ਜਦੋਂ ਤੋਂ ਇੱਥੇ ਫਾਰਮੇਸੀ ਤੇ ਵੀ ਆ ਕੇ ਮਿਲੀਦਾ ਤੇ ਐਂਡ ਹੈਪੀ ਤੁਹਾਡੇ ਜਿਹੜੇ ਉਥੋਂ ਜਿਹੜੇ ਪੇਸ਼ੈਂਟਸ ਜਿਹੜੇ ਆਏ ਹੁੰਦੇ ਜਿਹੜੇ ਦਵਾਈਆਂ ਲੈਂਦੇ ਐਂਡ the big changes ਮੇਰੇ ਬੈਠਿਆਂ ਉਹ ਤਾਂ I think 5-7 ਮੇਬੀ 8 ਸਾਲ ਹੋ ਗਏ ਜਦੋਂ ਤੁਸੀਂ ਪ੍ਰਿਸਕ੍ਰਾਈਬ ਵੀ ਕਰਨ ਦਾ ਤੁਹਾਨੂੰ ਹੋ ਗਿਆ ਸੀ ਫਿਰ ਤੁਸੀਂ ਇੰਜੈਕਸ਼ਨ ਵੀ ਲਾ ਸਕਦੇ ਸੀ ਪਹਿਲਾਂ ਨਹੀਂ ਸੀ ਹੁੰਦਾ No, ਬਿਲਕੁਲ about 2007-2008 ਹੋਇਆ ਸੀ ਸੋ ਉਦੋਂ ਫਿਰ ਯਾ ਉਦੋਂ ਅਸੀਂ ਐਡੀਸ਼ਨਲ ਪ੍ਰਿਸਕ੍ਰਾਈਬਿੰਗ ਅਥਾਰਟੀ ਉਹਨੂੰ ਕਹਿੰਦੇ ਫਾਰਮੇਸੀ ਦੇ ਵਿੱਚ ਉਹ ਵੀ ਲੈ ਲਈ ਸੀਗੀ ਇੰਜੈਕਸ਼ਨ ਤਾਂ ਲੈ ਲਿਆ ਸੀ I mean again ਜਦੋਂ ਮੈਂ ਤੁਹਾਨੂੰ ਦੱਸਿਆ those are things ਜਦੋਂ ਤੁਸੀਂ ਆਪਣੇ ਆਪ ਨੂੰ ਚੈਲੰਜ ਕਰਦੇ you do them which is really good and I think everybody should be doing that and ਜਦੋਂ ਕੋਵਿਡ ਦਾ ਹੁਣ ਸਮਾਂ ਪਿਛਲੇ 2 ਸਾਲਾਂ ਦੇ ਵਿੱਚ ਤੁਹਾਡੇ ਤੇ ਖਾਸ ਕਰਕੇ ਫਾਰਮਾਸਿਸਟ ਹੋ ਗਏ ਜਾਂ ਹੈਲਥ ਕੇਅਰ ਵਰਕਰਸ ਬਿਗ ਰਿਸਪੌਂਸਿਬਿਲਿਟੀ ਤੁਹਾਡੇ ਤੇ ਇਸ ਦੀ ਪੈ ਗਈ You know, COVID ਨੇ ਸਾਰਾ ਕੁਝ ਚੇਂਜ ਕਰਤਾ ਜੋ ਹੁੰਦਾ ਸੀਗਾ ਹੁਣ ਸਾਰਾ ਕੁਝ ਭੁੱਲ ਜਾਓ ਕਰਕੇ it's all changed you know one of the health wise
I feel bad करके किसी नाल तुहाडे कनैक्शन नहीं बनते हुण तुसीं बंदियां नाल मोस्टली फोन ते गल्लां करदे आ बंदे कह दिंदे डिलीवरी करो पर मैं एक होर भी चीज़ नोट की बंदे डॉक्टरां दे नहीं जांदे तो जदों तुसीं किसी नाल बैठ के देखदे हो तुसीं लैब टेस्ट कराए नहीं 1.5 साल हो गया लैब टेस्ट नहीं कराए कराओ तो शुगर तुहाडी वधी आ कोलेस्ट्रॉल तुहाडा वधिया आ जां होर कोई प्रॉब्लम पीपल आर मिसिंग दीज थिंग्स कोविड ने सारा कुछ चेंज करता बंदियां नूं डराता आ पर ਉਹਦੇ ਨਾਲ ਉਹਨਾਂ ਦੀ ਕੇਅਰ ਵੀ ਘਟ ਗਈ ਹੈਗੀ ਜਦੋਂ ਤੁਸੀਂ ਕਹਿੰਦੇ ਵੀ ਮੈਨੂੰ ਫੋਨ ਤੇ ਵਿਜ਼ਿਟ ਹੁੰਦੀਆਂ ਆ that is not the same thing ਤੁਹਾਡੀ ਹੈਲਥ ਕੇਅਰ is being sacrificed ਇਹਦੇ ਵਿੱਚ ਇਹ ਤੁਸੀਂ ਵਧੀਆ ਪੁਆਇੰਟ ਐਡਰੈਸ ਕੀਤਾ ਬਿਕਾਜ਼ ਵਿਦ ਦਾ ਕੋਵਿਡ ਜਦੋਂ ਕੋਵਿਡ ਦੀ ਗੱਲ ਹਰ ਪਾਸੇ ਚੱਲਦੀ ਸੀ ਉਹਦਾ ਇਲਾਜ ਉਹਦੇ ਕਿੰਨੇ ਇਨਫੈਕਸ਼ਨ ਹੋ ਗਏ ਕੀ ਕਰਨਾ ਕਿਹਨੇ ਕੁਆਰੰਟਾਈਨ ਕਰਨਾ ਕਿਹਨੂੰ ਕੀ ਆ ਜਾਂ ਫਿਰ ਵੈਕਸੀਨ ਆ ਗਏ ਉਸ ਤੱਕ ਬਾਕੀ ਜਿਹੜੀਆਂ ਆਪਣੀਆਂ ਹੋਰ ਬਹੁਤ ਸਾਰੀਆਂ ਹਿਡਨ ਜਿਹੜੀਆਂ ਸਮੱਸਿਆਵਾਂ ਸਨ ਨਾ ਉਹ ਹੋਰ ਵੀ ਹਾਈਡ ਹੋ ਗਈਆਂ ਬਿਹਾਈਂਡ ਉਹਨਾਂ ਨੂੰ ਦੇ ਪੁਸ਼ਡ ਬੈਕ ਸੋ ਆਪਣੇ ਜਿਹੜੀ ਓਵਰਆਲ ਹੈਲਥ ਪੇਸ਼ੈਂਟਸ ਡਿਕਰੀਜ਼ ਹੋਈ ਆ ਡੂ ਟੂ ਕੋਵਿਡ ਨਾਟ कोविड ने नहीं की पर कोविड ने प्रेसिडेंस ले लिया तो दूसरे जो हेल्थ कंडीशंस है उन्होंने आप कोई कह लो टेक केयर नहीं कर रहे लुक आफ्टर नहीं कर रहे एंड इट इज़ अ बिग प्रॉब्लम सो मीनी ईवन अपने जो हॉस्पिटल ओवरबर्डन हो रहे हैं सो जो बंदे कोई हार्ट सर्जरी करनी सी या कैंसर सर्जरी करनी वो पुश बैक हो रहे हैं बट ईवन इन जिदा कह लो भी फैमिली ਜਾਂ ਫਾਰਮੇਸੀਜ਼ ਦੇ ਵਿੱਚ ਜਿਹੜੇ ਨਿੱਕੀਆਂ ਚੀਜ਼ਾਂ ਤੁਸੀਂ ਕਰਦੇ ਸੀ ਐਵਰੀ ਡੇ ਫॉर द ਬੈਟਰਮੈਂਟ ਆਫ ਪੀਪਲਸ ਹੈਲਥ ਉਹ ਚੀਜ਼ਾਂ ਨਹੀਂ ਹੋ ਰਹੀਆਂ ਸੀ ਰਾਈਟ ਸੋ ਪੀਪਲ ਤੁਹਾਨੂੰ ਵਿਜ਼ਿਟ ਨਹੀਂ ਕਰਦੇ ਸੀ ਤਾਂ ਉਹ ਫਿਰ ਤੁਸੀਂ ਮਿਸ ਕਰ ਰਹੇ ਸੀ ਨਿੱਕੀਆਂ ਚੀਜ਼ਾਂ ਐਂਡ ਇਟਸ ਸਟਿਲ ਗੋਇੰਗ ਔਨ ਟੁਡੇ ਇਟਸ ਅ ਪ੍ਰੋਬਲਮ ਆਈ ਥਿੰਕ ਇਜ਼ ਅ ਬਿਗ ਪ੍ਰੋਬਲਮ ਸੋ ਕੋਵਿਡ ਦੀ ਵੀ ਬਰੀਫਲੀ ਤੁਹਾਡੇ ਨਾਲ ਗੱਲ ਕਰ ਲੈਣੇ ਹੁਣ ਗੱਲ ਤੁਰੀ ਹੈ ਤਾਂ ਉਹਦਾ ਹੁਣ ਤੁਹਾਨੂੰ ਕੀ ਲੱਗਦਾ ਕਿ what is going to go in Omicron is another virus ਦੀ ਇੱਕ ਹੋਰ ਫਾਰਮ ਆ ਗਈ ਹੈ ਸੋ ਕੀ ਲੱਗਦਾ ਕਿ ਛੇਤੀ ਹੀ ਕੰਟਰੋਲ ਹੋਏਗਾ ਵੈਸੇ ਤਾਂ ਕਹਿੰਦੇ ਕੈਪਸੂਲਸ ਜਿਹੜੇ ਨੇ ਦਵਾਈ ਵੀ ਆ ਉਹ ਵੀ ਕੈਨੇਡਾ 'ਚ ਬਣਨੀ ਸ਼ੁਰੂ ਹੋ ਜਾਵੇਗੀ ਜਲਦੀ ਹੀ ਸੋ ਇਹਦੇ ਵਾਸਤੇ ਸੋ what do you say you know ਆਪਾਂ ਹਜੇ ਕੀ ਕਹਿੰਦੇ ਹੁੰਦੇ ਆਊਟ ਆਫ ਦ ਵਰਡਸ ਨਹੀਂ ਗਏ ਹਜੇ ਵੀ ਆਪਾਂ ਨੂੰ ਪਤਾ ਨਹੀਂ ਕੀ ਹੋਣਾ ਸੋ in my opinion we still have a few more years ਇੱਦਾਂ ਚੱਲਣਾ ਆ ਕਰਕੇ ਇਹ ਇੱਕ ਵੇਰੀਐਂਟ ਅੱਗੇ ਹੋਰ ਵੇਰੀਐਂਟ ਆ ਗਿਆ ਆਪਾਂ ਨੂੰ ਕੁਝ ਪਤਾ ਨਹੀਂਗਾ ਜਦ ਤਾਈਂ ਆਪਣੀ ਸਾਰਿਆਂ ਦੀ ਥੋੜੀ ਬਹੁਤ ਬੇਸਲਾਈਨ ਇਮਿਊਨਿਟੀ ਨਹੀਂ ਹੋ ਜਾਂਦੀ ਤਾਂ ਮੈਂ ਕਦੋਂ ਸਾਰਿਆਂ ਦੀ ਮੇਰਾ ਮਤਲਬ ਇਹ ਨਹੀਂਗਾ ਵੀ ਕੈਨੇਡਾ ਦੀ ਅਮਰੀਕਾ ਦੀ ਮੇਰੀ ਹੈਗੀ ਸਾਰਿਆਂ ਦੀ ਅਕ੍ਰੋਸ ਦ ਵਰਲਡ ਸੋ ਆਪਾਂ ਥਰਡ ਵਰਲਡ ਕੰਟਰੀਜ਼ ਨੂੰ ਵੀ ਸੇਮ ਲੈਵਲ ਤੇ ਲਿਆਉਣਾ ਪੈਣਾ ਆ ਤਾਂ ਹੀ ਫਿਰ ਆਪਾਂ ਐਜ਼ ਏ ਵਰਲਡ ਥਰੂ ਕੋਵਿਡ ਨਿਕਲ ਸਕਦੇ ਆ ਨਹੀਂ ਤਾਂ ਇਟਸ ਗੋਇੰ ਟੂ ਕੀਪ ਗੋਇੰਗ ਰਿਪੀਟਿੰਗ ਇੱਦੀ ਹੋਈ ਜਾਣੀ ਆ ਇਹੀ ਰਿਪੋਰਟ ਆਈ ਸੀ ਐਸਟਰਾਜ਼ੈਨੇਕਾ ਕੰਪਨੀ ਵੱਲੋਂ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਜਿਹੜੇ ਰਿਚ ਕੰਟਰੀਜ਼ ਆ ਪੂਰ ਕੰਟਰੀਜ਼ ਦੇ ਨਾਲ ਵੈਕਸੀਨ ਜਾਂ ਹੋਰ ਰਿਸੋਰਸਿਸ ਸ਼ੇਅਰ ਨਹੀਂ ਕਰਦੇ ਤੇ ਕੋਵਿਡ ਦਾ ਜੋ ਇਹਨੂੰ ਜਿਹੜੀ ਪ੍ਰੋਬਲਮ ਸੋਲਵਿੰਗ ਹੈ ਜਿਸ ਨੂੰ ਟੈਕਲ ਕਰਨਾ ਮੁਸ਼ਕਿਲ ਹੋਏਗਾ ਜਾਂ ਹੋਰ ਗਾਂ ਤੋਂ ਗਾਂ ਜੇਕਰ ਨੈਕਸਟ ਪੈਂਡੈਮਿਕ ਆਇਆ ਦੈਟਸ ਗੋਇੰਗ ਟੂ ਬੀ ਇਵਨ ਵਰਸ ਬਿਲਕੁਲ ਸੋ ਆਈ ਮੀਨ we are ਕੀ ਕਹਿੰਦੇ ਹੁੰਦੇ not out of the words right now ਆਪਾਂ ਨੂੰ ਸਾਰਿਆਂ ਨੂੰ ਤਾਂ ਆਪਾਂ always ਆ ਕੇ ਰੇਡੀਓ ਤੇ ਕਹੀਦਾ ਵੀ ਸਾਰਿਆਂ ਨੂੰ ਪੂਰੇ ਪ੍ਰੀਕਾਸ਼ਨ ਲਈ ਜਾਓ ਪਰ ਇਹ ਆਪਣੇ ਇੱਥੇ ਲੋਕਲ ਆ we have to think globally and globally you know we have to think up ਜਿੱਦਾਂ ਕਹ ਲਓ ਦੂਸਰੇ ਥਰਡ ਵਰਲਡ ਕੰਟਰੀਜ਼ ਨੂੰ ਕਿੱਦਾਂ ਸਪੋਰਟ ਕਰ ਸਕਦੇ ਆ ਤਾਂ ਉਹਨਾਂ ਦੀ ਹੈਲਥ ਕੇਅਰ ਤਾਂ ਉਹਨਾਂ ਦੀ ਕਹ ਲਓ ਕੋਵਿਡ ਰਿਸੋਰਸਿਸ ਜੋ ਵੀ ਹੈਗਾ ਉਹਨਾਂ ਨੂੰ ਕਿੱਦਾਂ ਦੇ ਸਕਦੇ ਆ ਤਾਂ ਉਹਦੇ ਨਾਲ ਹੀ ਫਿਰ ਆਪਾਂ ਐਜ਼ ਏ ਹਿਊਮਨ ਕਾਈਂਡ ਵਰਲਡ ਇੱਥੋਂ ਬਾਹਰ ਨਿਕਲ ਸਕਦੇ ਆ ਨਹੀਂ ਤਾਂ ਇਹੀ ਚੱਕਰ ਬਾਰ-ਬਾਰ ਹੋਈ ਜਾਣਾ ਹਜੇ ਠੀਕ ਹੈ ਜੀ ਥੈਂਕ ਯੂ ਫॉर ਸ਼ੇਅਰਿੰਗ ਦੈਟ ਇਨਫੋਰਮੇਸ਼ਨ ਟੂ ਆਈ ਨੋ ਤੁਸੀਂ ਵੀ ਸਮੇਂ ਸਿਰ ਅਸੀਂ ਤੁਹਾਡੇ ਨਾਲ ਬਹੁਤ ਵਾਰੀ ਗੱਲ ਕੀਤੀ ਫਲੂ ਦੇ ਨਾਲ ਰਿਲੇਟਡ ਵੀ ਜਦੋਂ ਫਲੂ ਦਾ ਸੀਜ਼ਨ ਸ਼ੁਰੂ ਹੁੰਦਾ ਸੀ ਜਾਂ ਕੋਵਿਡ ਦਾ ਜਦੋਂ ਵੈਕਸੀਨ ਆਏ ਤੁਹਾਡੇ ਨਾਲ ਅਕਸਰ ਗੱਲਬਾਤ ਅਸੀਂ ਕਰਦੇ ਰਹੇ ਤੇ ਵਾਪਸ ਆਵਾਂਗੇ ਕੁਝ ਪਲਾਂ ਦੇ ਵਿੱਚ ਤੇ ਉਸ ਤੋਂ ਬਾਅਦ ਜੋ ਤੁਹਾਡਾ ਨੈਕਸਟ ਵੈਂਚਰ ਹੈ ਜੋ ਤੁਸੀਂ ਫਲਾਈਂਗ ਦਾ ਸ਼ੁਰੂ ਕੀਤਾ ਉਹਦੇ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਕਿਵੇਂ ਮਨ ਬਣਿਆ ਤੇ ਕਿਵੇਂ ਸਾਰਾ ਸਬਬ ਬਣਿਆ ਥੈਂਕ ਯੂ ਰੇਡੀਓ 580 AM ਤੋਂ ਪ੍ਰੋਗਰਾਮ ਪ੍ਰਵਾਸ ਦੇ ਵਿੱਚ ਤੁਹਾਡਾ ਸਵਾਗਤ ਹੈ ਲਾਸਟ ਕੁਆਰਟਰ ਇਸ ਪ੍ਰੋਗਰਾਮ ਦਾ ਜਸਬੀਰ ਪੁਈ ਜੋ ਫਾਰਮਾਸਿਸਟ ਨੇ ਕਾਫੀ ਲੰਮੇ ਅਰਸੇ ਤੋਂ ਐਡਮਿੰਟਨ ਤੋਂ ਇਹ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ ਯੂ ਨੋ ਹਿਮ ਐਜ਼ ਅ ਫਾਰਮਾਸਿਸਟ ਪਰ ਅੱਜ ਉਹਨਾਂ ਦੀ ਲਾਈਫ ਸਟੋਰੀ ਉਹਨਾਂ ਬਾਰੇ ਕੁਝ ਹੋਰ ਜਾਣਾਂਗੇ ਜਸਬੀਰ ਸਵਾਗਤ ਹੈ ਇੱਕ ਵਾਰੀ ਫਿਰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਸੀਂ ਸਮਾਂ ਕੱਢ ਕੇ ਆਏ ਤੇ ਇੱਕ ਜੋ ਆਪਾਂ ਕਰਦੇ ਹਾਂ ਕਰੀਅਰ ਦੀ ਗੱਲ ਆਪਣਾ ਪ੍ਰੋਫੈਸ਼ਨ ਹੈ ਆਪਾਂ ਕੰਮ ਵੀ ਕਰਦੇ ਹਾਂ ਇੱਕ ਤਾਂ ਉਹ ਵੀ
ਜਿਵੇਂ ਤੁਸੀਂ ਕਿਹਾ ਸੀ ਕਿ ਤੁਹਾਨੂੰ ਸ਼ੌਕ ਹੋਣਾ ਚਾਹੀਦਾ ਜਿਸ profession ਤੁਸੀਂ ਜਾਂਦੇ ਹੋ ਉਸ ਨੂੰ ਤੁਸੀਂ ਇੰਜੋਏ ਕਰੋ ਐਵਰੀ ਡੇ। ਤੁਹਾਡਾ ਸਵੇਰੇ ਉੱਠ ਕੇ ਉਡੀਕੋ ਕਿ ਮੈਂ ਸੋਮਵਾਰ ਨੂੰ ਕੰਮ ਤੇ ਜਾਣਾ ਤੇ ਸ਼ੁੱਕਰਵਾਰ ਨੂੰ ਉਡੀਕੋ ਕਿ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ। ਇਟ ਸ਼ੁੱਡ ਬੀ ਅ ਗੁੱਡ ਬੈਲੈਂਸ ਬੋਥ ਵੇਜ਼, ਹੈ ਨਾ। ਤੇ ਇਹਦੇ ਵਿੱਚ ਜਿਹੜੀਆਂ ਹੌਬੀਜ਼ ਦੀ ਆਪਾਂ ਗੱਲ ਕੀਤੀ, ਤੁਸੀਂ ਦੱਸਿਆ ਕਿ ਇੱਕ ਹੋਰ ਨਵਾਂ ਵੈਂਚਰ ਹੁਣ ਤੁਸੀਂ ਕੀ ਕਰ ਰਹੇ ਹੋ along with being a pharmacist ਸਾਈਡ ਤੇ। So venture तो नहीं कह सकते, but hello, addiction कह सकते हैं। Addiction हो गई है। So even जब मैं छोटा होना सी, that was one of my career choices. I always wanted to fly. I always was into airplanes. छोटे होंदे paper airplane बनाते रहे सीगे। थोड़ा जो चलो बड़े हो गए, डैड मम ने लाते रिमोट कंट्रोल एयरप्लेन्स। सो बहुत सारे रिमोट कंट्रोल एयरप्लेन्स असी तोड़े आ, उन्होंने फ्लाई करते रहे सीगे। फिर इवेंचुअली अबाउट किन्ने हो गए 6-7 साल हो गए जी। 6-7 साल पहलो मैं क्या भी चलो छोटे एयरप्लेन तो ऑल द टाइम उड़ते नहीं, विंटर च नहीं उड़ते, रियल एयरप्लेन ट्राई करिए। अच्छा जी। सो मैं रियल जब पायलट लाइसेंस ले लिया सीगा। सो पायलट लाइसेंस लेने हुन 6-7 साल हो गए। बहुत इट इज़ कह लो माई पैशन, माई एडिक्शन। जो मैनू भी कोई टाइम मिलता तो मैं राइट अवे कोशिश करता हूँ जाके बाहर फ्लाई करना। सो ਉਹਦੇ ਵਿੱਚ ਵੀ ਕਈ ਲੈਵਲਸ ਹੁੰਦੇ ਆ। ਸੋ ਆਪਣਾ ਮਲਟੀ ਇੰਜਨ ਲੈ ਲਿਆ ਸੀ, ਸੋ ਮਲਟੀ ਇੰਜਨ ਵੀ ਫਲਾਈ ਕਰ ਲਈਦਾ। ਨਾਈਟ ਰੇਟਿੰਗ ਉਹ ਤਾਂ ਚੱਲ ਹੋ ਗਈ ਆ। ਸੋ ਹੁਣ ਜਿਹੜੀ ਮੇਰੀ ਲੇਟੈਸਟ ਹੈਗੀ ਆ ਨੈਕਸਟ ਮੰਥ, ਜਿਹੜੀ ਉਹ ਕਹਿੰਦੇ ਹੁੰਦੇ IFR ਰੇਟਿੰਗ। ਸੋ ਆਪਣੀ IFR ਰੇਟਿੰਗ ਮੈਂ ਨੈਕਸਟ ਮੰਥ ਕਰਾਉਣ ਲੱਗਾ। ਉਹਦੇ ਵਿੱਚ ਕੀ ਹੈਗਾ, ਦੈਨ ਯੂ ਕੈਨ ਫਲਾਈ ਥਰੂ ਦ ਕਲਾਉਡਸ ਐਂਡ ਤੁਹਾਨੂੰ ਥੋੜਾ ਮੋਰ ਫਰੀडम ਮਿਲਦੀ ਆ ਜਦੋਂ ਮਰਜੀ ਫਲਾਈ ਕਰ ਸਕਦੇ ਆ। ਅੱਛਾ ਜੀ, ਦੈਟਸ ਗੁੱਡ। Yeah, so that is my addiction ਕਹ ਲੋ। ਜੇ ਤੁਸੀਂ ਐਡਿਕਸ਼ਨ ਦੀ ਗੱਲ ਕੀਤੀ ਨਾ, ਕਈ ਵਾਰੀ ਆਮ ਸੁਣ ਚ ਆਪਾਂ ਐਡਿਕਸ਼ਨ ਦਾ ਗਲਤ ਮਤਲਬ, we all have addiction personalities, most of us have it। ਕਿਸੇ ਨਾ ਕਿਸੇ ਚੀਜ਼ ਦਾ ਸਾਨੂੰ ਹੁੰਦਾ ਤੇ ਜਦੋਂ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਆਪਾਂ ਕਈ ਵਾਰੀ ਦੂਸਰੇ ਪਾਸੇ ਨਾ, ਪਰ ਉਸ ਨੂੰ ਆਪਣੇ ਪੈਸ਼ਨ ਨੂੰ, ਉਸ ਐਡਿਕਸ਼ਨ ਨੂੰ, ਜਾਂ ਉਹ ਜਿਹੜੀ ਤੁਹਾਡੇ ਵਿੱਚ ਇੱਕ ਡਰਾਈਵ ਹੁੰਦੀ, ਯੂ ਵਾਂਟ ਟੂ ਡੂ ਸਮਥਿੰਗ, ਉਹ ਇੰਪੋਰਟੈਂਟ ਹੈ ਜ਼ਿੰਦਗੀ ਜਿਉਣ ਵਾਸਤੇ। ਬਿਲਕੁਲ। ਸੋ ਆਈ ਮੀਨ ਇਹ ਮੇਰੇ ਵਾਸਤੇ ਬਣ ਗਈ ਇਦਾਂ ਦੀ ਚੀਜ਼ ਵੀ ਜਿੱਦਾਂ ਕਹ ਲਓ ਵੀ ਆਪਾਂ ਹੋਰ ਕੋਈ ਨਸ਼ੇ ਤਾਂ ਨਹੀਂ ਕਰੀਦੇ, ਪਰ ਇਹ ਵੀ ਨਸ਼ਾ ਹੀ ਆ। ਜਦੋਂ ਅਸੀਂ ਉੱਪਰ ਜਾਈਦਾ ਫਲਾਈ ਕਰੀਦਾ ਆ ਤਾਂ ਤੁਸੀਂ ਉੱਪਰ ਹੁੰਨੇ, ਇਕੱਲੇ ਹੁੰਨੇ ਆ ਤਾਂ ਆਲੇ ਦੁਆਲੇ ਮਤਲਬ ਜਸਟ ਸਕਾਈ, ਇਟਸ ਸੋ ਕਹ ਲਓ ਤੁਹਾਡਾ ਮਾਈਂਡ ਹੋਰ ਤਰ੍ਹਾਂ ਸੋ ਬਿਊਟੀਫੁਲ। ਐਂਡ ਤੁਸੀਂ ਫਿਰ ਤੁਸੀਂ ਜਿੱਦਾਂ ਧਰਤੀ ਤੋਂ ਥੋੜਾ ਪਰੇ ਹੋ ਕੇ ਧਰਤੀ ਨੂੰ ਦੇਖਦੇ ਹੋ, ਹਨਾ? ਬਿਲਕੁਲ। that must be so beautiful। it is and it's a different world। ਤੁਸੀਂ ਉੱਥੇ ਹੁੰਨੇ, ਤੁਹਾਨੂੰ ਭੁੱਲ ਜਾਂਦੇ ਤੁਹਾਡੇ ਸਾਰੇ ਜਿਹੜੇ ਬਾਕੀ ਸਟ੍ਰੈਸ ਹੁੰਦੇ ਆ, ਬਾਕੀ ਕੀ ਹੁੰਦਾ ਲਾਈਫ ਦੇ ਵਿੱਚ, ਤੁਸੀਂ ਭੁੱਲ ਜਾਂਦੇ ਉੱਥੇ ਉੱਪਰ ਜਾ ਕੇ ਜੀ। ਐਂਡ ਗੁੱਡ ਪੁਆਇੰਟ ਤੁਸੀਂ ਐਡਰੈਸ ਕੀਤਾ, ਬਿਕਾਜ਼ ਆਪਣੇ ਸਾਡੇ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਸ਼ੌਕ, ਕੁਝ ਨਾ ਕੁਝ ਅਸੀਂ ਕਈ ਵਾਰੀ ਬਚਪਨ 'ਚ ਕੁਝ ਕਰਨਾ ਚਾਹੁੰਦੇ ਸੀ ਤੇ ਪਰ ਉਹਦੇ ਵਾਸਤੇ ਕੋਈ ਸਮਾਂ ਨਹੀਂ। ਜਿਵੇਂ ਤੁਸੀਂ ਹੁਣ ਆਪਣੀ ਕਰੀਅਰ ਦੇ ਵਿੱਚ ਵੀ ਕੰਮ ਕਰਕੇ ਵੀ ਹੁਣ ਤੁਸੀਂ ਆ ਕੇ ਪਾਇਲਟ ਦਾ ਲਾਇਸੈਂਸ ਲੈ ਕੇ, ਇਹ ਮਨ 'ਚ ਕਿਵੇਂ ਆਇਆ ਕਿ ਲੈਟਸ ਡੂ ਇਟ ਨਾਓ? ਸੋ ਇਹ ਇੱਥੇ ਆਪਣੇ ਵਿਲਨਿਊ ਜਿਹੜਾ ਸੀਗਾ 에ਅਰ ਸ਼ੋ ਸੀਗਾ, ਉੱਥੇ ਵਿਲਨਿਊ ਤੇ ਜਿਹੜਾ ਕੀ ਕਹਿੰਦੇ ਕੁਕਿੰਗ ਲਾਈਕ ਐਵੀਏਸ਼ਨ ਸੀਗਾ, ਉੱਥੇ ਆਪਣਾ ਬੂਥ ਰੱਖਿਆ ਸੀਗਾ। ਤਾਂ ਮੈਂ ਉੱਥੇ ਗਿਆ ਤਾਂ ਉਹਦੀ ਗੱਲਾਂ ਕਰਦੇ ਸੀ, ਵਾਈਫ ਨਾਲ ਸੀਗੀ। ਤਾਂ ਮੈਂ ਵਾਈਫ ਨੂੰ ਕਿਹਾ ਮੈਂ ਕਰ ਲੈਣਾ, ਉਹਨੇ ਕਹਿਤਾ ਕਰ ਲਾ। ਮੈਂ ਕਿਹਾ ਹਾਂ, I got the permission। ਹੁਣ ਪਰਮਿਸ਼ਨ ਦੇ ਦਿੱਤੀ। ਹੁਣ ਨਾ ਕੀ ਕਹਿੰਦੇ ਛੱਡੋ ਨਾ ਮੌਕਾ, ਕੱਲੂ ਪੁੱਛਿਆ ਤੇ ਮੇ ਵੀ ਡਿਫਰੈਂਟ ਆਨਸਰ ਮਿਲਣਾ। ਹਾਂ ਵੇ ਹੁਣ ਡਨ ਹੈ, ਹੁਣ ਲੈਟਸ ਡੂ ਇਟ। ਯਾ ਹੁਣ ਪਰਮਿਸ਼ਨ ਮਿਲ ਗਈ, ਸਟੈਂਪ ਮਿਲ ਗਈ, ਗੋ ਰਨ। ਫਿਰ ਉਸ ਤੋਂ ਬਾਅਦ ਯਾ ਵੀ ਜਸਟ ਉੱਥੇ ਜਾ ਕੇ ਗ੍ਰਾਂਡ ਸਕੂਲ ਐਨਰੋਲ ਕਰਕੇ ਐਂਡ year later ਲਾਇਸੈਂਸ ਮਿਲ ਗਿਆ ਸੀਗਾ। ਐਂਡ ਹੁਣ ਲਾਈਕ ਆਈ ਸੇ ਜਦੋਂ ਵੀ ਚਾਂਸ ਮਿਲਦਾ ਆ ਅਸੀਂ ਜਾ ਕੇ ਫਲਾਈ ਕਰੀਦਾ ਆ। ਫੈਮਿਲੀ ਨੂੰ ਵੀ ਲੈ ਕੇ ਜਾਂਦੇ ਹੋ ਨਾਲ? ਫੈਮਿਲੀ ਮੇਰੇ ਲੜਕੀ ਹੈ ਯੰਗੈਸਟ ਤਰਨਜੋਤ, ਉਹ ਇੰਜੋਏ ਕਰਦੀ ਆ। ਉਹ ਜਦੋਂ ਜਾਂਦੀ ਹੁੰਦੀ ਉਹਨੂੰ ਫਲਾਈ ਵੀ ਕਰਨ ਦੇ ਦੀਦਾ, ਉਹਨੂੰ ਦੇ ਦੀਦਾ, ਉਹ ਫਲਾਈ ਕਰਦੀ ਆ। ਮੇਰਾ ਮੁੰਡਾ ਸੁਖਵੀਰ ਹੀ ਉਹ ਆ ਜਾਂਦਾ ਹੁੰਦਾ, ਬਟ ਉਹਦਾ ਹੀ ਸੋ ਹਾਂਜੀ। ਤਾਂ ਮੇਰੀ ਵਾਈਫ ਤਾਂ ਕਮਲਜੀਤ ਵੱਡੀ ਮਨਜੋਤ, ਉਹ ਤਾਂ ਬਿਲਕੁਲ ਦੇ ਡੋਂਟ ਲਾਈਕ, ਉਹ ਡਰਦੇ ਗਏ। ਸੋ ਉਹਨਾਂ ਨੂੰ ਗਈਆਂ ਹੋ ਗਈਆਂ ਇੱਕ ਦੋ ਵਾਰੀ, ਬਟ ਦੇ ਡੋਂਟ ਲਾਈਕ ਟੂ ਗੋ। ਹਾਂਜੀ, ਬਟ ਆਈ ਮੀਨ ਮੈਨੂੰ ਤਾਂ ਹੁੰਦਾ ਵੀ ਐਨੀਬਡੀ ਵਾਂਟਸ ਟੂ ਕਮ, ਆ ਜਾਣ ਕਰਕੇ। ਸਮਟਾਈਮਸ ਇਦਾਂ ਹੁੰਦਾ ਜਾਣਾ ਐਂਡ ਇਟਸ ਨੋ ਫਨ। ਇਕੱਲੇ ਫਲਾਈ ਕਰਨਾ ਕਈ ਫਨ ਨਹੀਂ ਹੁੰਦਾ, ਨਾਈਸ ਹੁੰਦਾ ਵੀ ਕੋਈ ਨਾ ਕੋਈ ਆਵੇ। ਸੋ ਕਈ ਲੱਭੀ ਦਾ ਕੌਣ ਆਊਗਾ ਸਾਡੇ ਨਾਲ ਅੱਜ। ਜੀ ਜੀ ਜੀ, that's good। because ਮੇਰਾ ਛੋਟਾ ਬੇਟਾ he was with the cadets program ਦੇ ਵਿੱਚ। ਹਾਂਜੀ ਬਿਲਕੁਲ। and he was with the air cadets। ਹਾਂਜੀ। ਤੇ ਕਾਫੀ ਉਹਨੇ ਫੋਟੋ ਖਿੱਚਣੀ ਹੈ ਜਦੋਂ ਫਲਾਈ ਕਰਦੇ ਛੋਟੇ ਪਲੇਨ ਦੇ ਵਿੱਚ।
ਵਿੱਚ ਹੈ ਨਾ ਹਾਂਜੀ ਗਲਾਈਡਰ ਹੁੰਦੇ ਆ ਹਾਂਜੀ ਤੇ ਉਹ ਵੀ ਇੱਕ ਡਿਫਰੈਂਟ ਉਹ ਵੀ ਮੈਨੂੰ ਕਹਿੰਦਾ ਇਸੇ ਤਰ੍ਹਾਂ ਪਹਿਲਾਂ ਕਹਿੰਦਾ ਦਿਸ ਇਜ਼ ਮਾਈ ਆਈ ਵਾਂਟਡ ਟੂ ਡੂ ਦਿਸ ਲੇਟਰ ਔਨ ਹਾਂਜੀ ਨੋ ਗਲਾਈਡਰਸ ਆਰ ਟੋਟਲੀ ਉਹ ਤਾਂ ਹੋਰ ਵੀ ਜ਼ਿਆਦਾ ਫਰੀडम ਕਰਕੇ ਤੁਸੀਂ ਜਦੋਂ ਫਲਾਈ ਕਰਦੇ ਯੂ ਹੈਵ ਨੋ ਇੰਜਨ ਨੋਇਜ਼ or anything just wind noise that's a totally different feeling too So that's good ਜਿਹੜੀਆਂ ਆਪਣੀਆਂ ਹੌਬੀਜ਼ ਵੀ ਉਹਨਾਂ ਨੂੰ ਜ਼ਿੰਦਾ ਰੱਖਣਾ ਚਾਹੀਦਾ ਬਿਲਕੁਲ ਜੀ ਐਵਰੀਬਾਡੀ ਨੂੰ ਕੋਈ ਨਾ ਕੋਈ ਆਪਣੀ ਪੈਸ਼ਨ ਰੱਖਣੀ ਚਾਹੀਦੀ ਆ ਆਪਾਂ ਮਤਲਬ ਕਿਹੜੀ ਲਾਈਫ ਦੇ ਵਿੱਚ ਚੱਲ ਜਾਂਦੇ ਆ ਵੀ ਆਪਾਂ ਨੂੰ ਇੱਕੋ ਹੀ ਚੀਜ਼ ਦੱਸਦੀ ਆ ਕੰਮ ਫਾਈਨੈਂਸਿਸ ਦੇ ਵਿੱਚ ਇਹਨਾਂ ਗੁਆਚ ਜਾਂਦੇ ਨਾ ਇੱਕ ਕਈ ਵਾਰ ਆਪਣੀ ਸਕਸੈਸ ਸਟੋਰੀ ਦੈਟਸ ਅ ਗੁੱਡ ਥਿੰਗ ਅਸੀਂ ਮੋਸਟ ਆਫ ਅਸ ਜਾਂ ਆਪਣੀ ਕਮਿਊਨਿਟੀ ਚ ਲਾ ਲਓ ਕਿ ਬੰਦੇ ਦੀ ਸਕਸੈਸ ਸਿਰਫ ਪੈਸੇ ਨਾਲ ਦੇਖੀ ਜਾਂਦੀ ਹੈ ਬਿਲਕੁਲ ਜੀ ਤੇ ਆਪਾਂ ਉਧਰ ਨੂੰ ਸਾਰੇ ਭੱਜ ਪੈਂਦੇ ਆ 100% it is I mean as humans ਆਪਾਂ ਇਹ ਦੇਖੀਏ that this person has power this person has money but there's many other people in the world that do more for you than ਉਹ ਜਿਹੜੇ ਬੰਦੇ and ਉਹ ਜ਼ਿਆਦਾ ਸਕਸੈਸਫੁਲ ਹੈ ਮੇਰੇ ਮਾਈਂਡ ਦੇ ਵਿੱਚ ਕਿ ਆਪਾਂ ਕੋਈ ਜੌਬ ਪ੍ਰੋਫੈਸ਼ਨ ਨਹੀਂ ਪਿਕ ਕਰਨਾ ਚਾਹੁੰਦੇ but I mean some people ਜਦੋਂ ਵੇਟਰਸ ਵਗੈਰਾ ਹੁੰਦੇ they are more happy successful than say the prime minister because they are doing more for you and they're enjoying their life and they're actually making an impact on other people's lives too right so sometimes ਆਪਾਂ ਗੱਲ ਤਾਂ ਤੁਸੀਂ ਸਹੀ ਆ ਵੀ ਦੇਖੀਦਾ ਭਾਈ ਕੋਲ ਆ ਹੈਗਾ ਮਨੀ ਹੈਗੀ ਪਾਵਰ ਹੈਗੀ but that is not the gauge we should use ਤੁਹਾਡੀ ਆਪਣੀ ਪਰਸਨਲ ਹੈਪੀਨੈਸ ਹੀ ਬਹੁਤ ਇੰਪੋਰਟੈਂਟ ਹੈ ਉਹਦੇ ਵਿੱਚ ਵਿਚਾਲੇ ਬਿਲਕੁਲ ਜੀ ਕਿਆ ਬਾਤ ਹੈ ਜਸਵੀਰ ਜੀ ਥੈਂਕ ਯੂ ਸੋ ਮਚ ਤੁਸੀਂ ਸਟੂਡੀਓ ਚ ਆਏ ਇੰਨੀ ਵਧੀਆ ਜਾਣਕਾਰੀ ਤੁਹਾਡੇ ਵਾਸਤੇ ਜੋ ਕੁਝ ਅਸੀਂ ਜਾਣਿਆ ਬਹੁਤ ਕੁਝ ਸਿੱਖਿਆ well thank you ਜੀ I hope I learned something too today ਕਰਕੇ ਮੈਨੂੰ ਵੀ ਇਦਾਂ ਹੁੰਦਾ ਕਿ ਆਪਾਂ ਵੀ ਡੇ ਟੂ ਡੇ ਲੱਗੇ ਰਹੀਦਾ ਆ ਤਾਂ ਕਿ ਰਿਫਲੈਕਟ ਨਹੀਂ ਕਰੀਦਾ ਵੀ ਆਪਣੇ ਕੋਲ ਹੈ ਕੀ ਰਾਈਟ ਹਾਂਜੀ ਸੋ ਆਪਾਂ ਦੂਸਰੀ ਗੱਲ ਇਹ ਵੀ ਹੋਣਾ ਚਾਹੀਦਾ ਆਪਾਂ ਨੂੰ ਗ੍ਰੇਟਫੁਲ ਹੋਣਾ ਚਾਹੀਦਾ ਵੀ ਆਪਣੇ ਕੋਲ ਹੈ ਕੀ ਨਾਟ ਵੀ ਆਪਾਂ ਲੈਣਾ ਕੀ ਆ ਤੁਸੀਂ ਮੇਰੇ ਕੱਲ ਦੇ ਪ੍ਰੋਗਰਾਮ ਦੀ ਕਿਉਂਕਿ ਮੈਂ ਆਲਰੇਡੀ ਇਹ ਨੋਟ ਕੀਤੀਆਂ ਸੀ ਚੀਜ਼ਾਂ ਕਿ what am I thankful for ਮੇਰੇ ਕੋਲ ਕੀ ਕੋਈ ਚੰਗਾ ਮੇਰੀ ਜ਼ਿੰਦਗੀ ਦੇ ਵਿੱਚ ਕੱਲ ਨੂੰ ਇਸ ਤੇ ਮੇਰਾ ਪ੍ਰੋਗਰਾਮ ਹੋਣਾ ਹੈ 11 ਤੋਂ 12 ਵਜੇ ਤੱਕ ਤੁਸੀਂ ਮੈਨੂੰ ਦੱਸਿਆ ਨਹੀਂ ਸੀ I did not tell you ਕਿਉਂਕਿ ਅਸੀਂ ਕਈ ਵਾਰੀ ਚੇਤਾ ਭੁਲਾ ਲੈਨੇ ਅਸੀਂ ਭੁੱਲ ਭੁਲੇਖਿਆਂ 'ਚ ਤੁਰੇ ਫਿਰਦੇ ਹਾਂ ਕਿ ਕੀ ਚੰਗਾ ਸਾਡੇ ਕੋਲ ਜੇ ਤੁਸੀਂ ਉਹ ਸੋਚਦੇ ਹੋ ਨਾ ਰਿਫਲੈਕਟ ਕਰਦਾ ਫਿਰ ਤੁਸੀਂ ਆਪਣੇ ਆਪ ਨੂੰ ਖੁਸ਼ ਵੀ ਤਸੱਲੀ ਵੀ ਤੁਹਾਨੂੰ ਹੁੰਦੀ ਕਿ you know what my life is good ਬਿਲਕੁਲ ਆਪਾਂ ਦੇਖੀਏ ਵੀ ਆਪਣੇ ਕੋਲ ਹੈ ਕੀ ਟੁਡੇ and that is probably all we need ਆਪਾਂ ਨੂੰ ਹੋਰ ਚਾਹੀਦਾ ਨਹੀਂ ਹੁੰਦਾ ਪਰ ਆਪਾਂ ਲੱਭਦੇ ਰਹੀਦਾ ਹੋਰ ਕੁਝ ਜੀ ਕਿਆ ਬਾਤ ਹੈ ਥੈਂਕ ਯੂ ਸੋ ਮਚ ਸਟੂਡੀਓ ਚ ਆਉਣ ਵਾਸਤੇ ਆਪਣੀਆਂ ਗੱਲਾਂ ਸਾਡੇ ਨਾਲ ਸ਼ੇਅਰ ਕਰਨ ਵਾਸਤੇ